ਪਮਾਨ ਹੱਥ ਬਨਿਓ ਤੋ ਦਰਬਾਰ, ਕਲਪ ਮਾਨ ਹੱਥ ਬਨਿਓ ਤੋ ਦਰਬਾਰ। ਗੁਰੂ ਪਿਆਰੀ ਸਾਧ ਸੰਗਤ ਜੀਓ, ਕਲਪ ਮਾਨ ਹੱਥ ਬਾਂਧਿਓ ਤੋ ਦਰਬਾਰ। ਕਿਉਂਕਿ ਹਰ ਇਨਸਾਨ ਨੂੰ ਜਦੋਂ ਕੋਈ ਮੁਸੀਬਤ ਆਉਂਦੀ ਹੈ, ਕੋਈ ਬਿਮਾਰੀ ਆਉਂਦੀ ਹੈ, ਕੋਈ ਦੁੱਖ ਆਉਂਦਾ ਹੈ, ਕੋਈ ਘਾਟਾ ਪੈਂਦਾ ਹੈ, ਕੋਈ ਦਿਨ ਮਾੜੇ ਆਉਂਦੇ ਹਨ, ਸੋ ਉਸ ਟਾਈਮ ਵਿੱਚ ਅਸੀਂ ਕਲਪਮਾਨ ਹੁੰਨੇ ਆ, ਕਲਪਨੇ ਆ। ਉਸ ਵਕਤ ਅਸੀਂ ਰੱਬ ਰੱਬ ਵੀ ਕਹਿੰਦੇ ਆ, ਵਾਗਰੂ ਵਾਗਰੂ ਰਾਮ ਰਾਮ ਕਹਿੰਦੇ ਆ, ਕਲਪਮਾਨ ਹੁੰਨੇ ਆ, ਹੱਥ ਜੋੜਨੇ ਆ ਕਲਪਮਾਨ ਹੋ ਕਰਕੇ। ਪਰ ਸੁੱਖ ਵਿੱਚ ਅਸੀਂ ਮਾਲਕ ਦੇ ਨਾਮ ਦੀ ਕਲਪਨਾ ਨਹੀਂ ਕਰਦੇ। ਵੈਸੇ ਵੀ ਲਿਖਿਆ ਹੈ ਕਿ ਦੁੱਖ ਮੇਂ ਸਭ ਸਿਮਰਨ ਕਰੇ, ਸੁਖ ਮੇਂ ਕਰੇ ਨਾ ਕੋ। ਜੇ ਸਿਮਰਨ ਸੁਖ ਮੇਂ ਕਰੇ, ਦੁੱਖ ਕਹਾਂ ਕੋ ਹੋ। ਸੋ ਗੁਰੂ ਪਿਆਰੀ ਸਾਧ ਸੰਗਤ, ਜਿਤਨੀ ਵੀ ਬਾਣੀ ਹੈ ਜਾਂ ਸੰਤ ਮਤ ਹੈ, ਸੰਤ ਲੋਕ ਆਉਂਦੇ ਹਨ, ਸਭ ਇਹੋ ਹੀ ਕਹਿੰਦੇ ਨੇ ਵੀ ਨਾਮ ਜਪੋ। ਅਗਰ ਉਹ ਕਹਿੰਦੇ ਨੇ ਸਾਨੂੰ ਕਿ ਤੁਸੀਂ ਨਾਮ ਜਪੋ, ਤੇ ਜੋ ਅਸੀਂ ਨਾਮ ਜਪਾਂਗੇ ਉਹਦਾ ਫਾਇਦਾ ਸਾਨੂੰ ਹੋਣਾ ਹੈ। ਉਹ ਸਾਡੇ ਹੀ ਭਲੇ ਵਾਸਤੇ ਦਵਾਈਆਂ ਦਿੰਦੇ ਨੇ, ਸਾਡੇ ਹੀ ਭਲੇ ਵਾਸਤੇ ਬਾਣੀਆਂ ਰਚਦੇ ਹਨ, ਸਾਡੇ ਹੀ ਭਲੇ ਵਾਸਤੇ ਗ੍ਰੰਥ ਰਚਦੇ ਹਨ, ਸਾਡੇ ਹੀ ਭਲੇ ਵਾਸਤੇ ਸਤਸੰਗ ਕਰਦੇ ਹਨ, ਸਾਡੇ ਹੀ ਭਲੇ ਵਾਸਤੇ ਉੱਚੇ ਦਰਜੇ ਦੇ ਬਚਨ ਕਹਿੰਦੇ ਹਨ। ਸੋ ਇਸ ਵਾਸਤੇ ਦੁੱਖ ਵਿੱਚ ਕਲਪਨਾ ਦਾ ਤੇ ਸੁੱਖ ਵਿੱਚ ਨਾਮ ਦੀ ਕਲਪਨਾ ਦਾ ਆਪਸ ਵਿੱਚ ਬਹੁਤ ਫਰਕ ਹੈ। ਸੁੱਖ ਵਿੱਚ ਕਲਪਨਾ ਨਾਮ ਦੀ ਕਰਨ ਦੇ ਨਾਲ ਹਾਜ਼ਰੀਆਂ ਮਾਲਕ ਦੇ ਘਰ ਕਬੂਲ ਹਨ। ਦੁੱਖ ਵਿੱਚ ਤੇ ਅਸੀਂ ਸਾਰੇ ਹੱਥ ਜੋੜਨੇ ਆ, ਸਾਰੇ ਹੀ ਮਿੰਨਤਾਂ ਕਰਨੇ ਆ। ਇਸ ਵਾਸਤੇ ਚਾਹੇ ਦੁੱਖ 'ਚ ਹੋਣਾ ਚਾਹੇ ਸੁੱਖ 'ਚ ਹੋਣਾ ਹੈ, ਜ਼ਰੂਰ ਉਸ ਮਾਲਕ ਦੇ ਦਰ ਘਰ ਵਿੱਚ ਪ੍ਰਾਰਥਨਾ ਰੋਜ਼ਾਨਾ ਕਰਨੀ ਹੈ, ਹਾਜ਼ਰੀ ਰੋਜ਼ਾਨਾ ਭਰਨੀ ਹੈ। ਹਾਜ਼ਰੀ ਨਾ ਭਰਾਂਗੇ ਤੇ ਸਾਡੇ ਬਜਾਤੇ ਖੁਦ ਆਪਣੇ ਕੰਮ ਕੋਈ ਚੀਜ਼ ਨਾ ਆਏਗੀ। ਸੰਸਾਰ ਭਰ ਦਾ ਸਿਲਸਿਲਾ ਸੰਸਾਰ ਭਰ 'ਚ ਰਹਿ ਜਾਂਦਾ ਹੈ। ਕੋਈ ਵੀ ਸੰਸਾਰ 'ਚ ਆ ਕੇ ਹਮੇਸ਼ਾ ਨਹੀਂ ਟਿਕਦਾ, ਕੋਈ ਵੀ ਨਹੀਂ ਟਿਕਦਾ। 100 ਸਾਲ ਦੀ ਉਮਰ ਹੋਵੇ ਤੇ 50 ਸਾਲ ਬੰਦਾ ਭੋਗਦਾ। ਕਿਉਂ? ਟਾਈਮ ਬਹੁਤ ਥੋੜ੍ਹਾ ਹੈ। 100 ਸਾਲ ਦੀ ਉਮਰ ਹੋਵੇ ਜਾਂ 80 ਸਾਲ ਦੀ ਉਮਰ ਹੋਵੇ ਤੇ 40 ਸਾਲ ਭੋਗਦਾ। ਕਿਉਂਕਿ ਅੱਧੀ ਉਮਰ ਹਰ ਇਨਸਾਨ ਦੀ ਸੁੱਤਿਆਂ ਲੰਘ ਜਾਂਦੀ ਹੈ। ਜਿਹੜੀ ਉਮਰ ਸੁੱਤਿਆਂ ਲੰਘ ਜਾਂਦੀ ਹੈ ਉਹ ਕੋਈ ਉਮਰ ਨਹੀਂ, ਬਿਲਕੁਲ ਕੋਈ ਉਮਰ ਨਹੀਂ। ਬੇਹੋਸ਼ੀ ਵਿੱਚ ਲੰਘ ਗਈ। ਬੇਹੋਸ਼ੀ ਵਿੱਚ ਜਿਹੜੀ ਲੰਘੀ ਹੈ ਉਹਦੇ ਵਿੱਚ ਸਾਡੇ ਸਵਾਸ ਚੋਰੀ ਹੋ ਗਏ ਨੇ, ਲੁੱਟੇ ਗਏ ਨੇ। ਕਿਉਂਕਿ ਅਸੀਂ ਨਹੀਂ ਜਾਣਦੇ ਕਿ ਬਰਾਜਮਾਨ ਹੋਣ ਦੇ ਟਾਈਮ ਉੱਤੇ ਸਾਨੂੰ ਕਿਸ ਤਰੀਕੇ ਨਾਲ ਬਰਾਜਮਾਨ ਹੋਣਾ ਚਾਹੀਦਾ, ਜੋ ਇੱਕ ਸਵਾਸ ਵੀ ਵਿਅਰਥ ਨਾ ਜਾਏ।
ਕੱਲ੍ਹ ਅਸੀਂ ਗੁਰਦਾਸਪੁਰ ਰਾਤ ਸਾਂ ਤੇ ਉੱਥੇ ਆਪਣੇ ਹੀ ਰਿਸ਼ਤੇਦਾਰ ਉਹਨਾਂ ਦੇ ਪ੍ਰਾਹੁਣਾ ਲੜਕੀ ਤੇ ਧੀ ਜਵਾਈ ਉਹਨਾਂ ਦਾ ਬੰਬੇ ਤੋਂ ਚੱਲਿਆ। ਸਟੇਸ਼ਨ ਤੋਂ ਅਜੇ ਚੜ੍ਹਨ ਲੱਗੇ ਤੇ ਪਤਾ ਨਹੀਂ ਉਹ ਕਿਤੇ ਸੌਂ ਗਏ। ਪਤਾ ਨਹੀਂ ਕਿਤਨੇ ਹਜ਼ਾਰ ਰੁਪਇਆ ਉਹਨਾਂ ਦੇ ਟੈਚੀ ਵਿੱਚ ਉਹ ਟੈਚੀ ਚੁੱਕ ਲਿਆ ਕਿਸੇ ਸੁੱਤਿਆਂ ਹੋਇਆ। ਟੈਲੀਫੋਨ ਆਇਆ ਵੀ ਅਸੀਂ ਆ ਤੇ ਰਹੇ ਹਾਂ, ਪਰ ਆਹ ਨੁਕਸਾਨ ਸਾਡਾ ਬਹੁਤ ਹੋ ਗਿਆ। ਪਤਾ ਨਹੀਂ ਖਰੇ ਕਿੰਨੇ ਹਜ਼ਾਰ ਰੁਪਇਆ ਦੱਸਦੇ ਸਨ। 25,000 ਰੁਪਇਆ ਉਹਦੇ ਵਿੱਚ ਸੀ, ਉਹ ਵੀ ਚਲਾ ਗਿਆ। ਹੋਰ ਵੀ ਸਮਾਨ ਉਹਦੇ ਵਿੱਚ ਹੋਏਗਾ। ਸੋ ਇਸੇ ਤਰ੍ਹਾਂ ਦੇ ਨਾਲ ਗੁਰੂ ਪਿਆਰੀ ਸਾਧ ਸੰਗਤ ਜੀਓ, ਅਗਰ ਅਸੀਂ ਵਿਰਾਜਮਾਨ ਹੋਣ ਦੀ ਜੁਗਤ ਨੂੰ ਨਹੀਂ ਸਮਝਦੇ ਤਾਂ ਅਸੀਂ ਸਾਡਾ ਸਵਾਸ ਵਿਅਰਥ ਚਲਾ ਜਾਂਦਾ ਹੈ। ਪਰ ਜਿਨ੍ਹਾਂ ਰੂਹਾਂ ਨੇ ਨਾਮ ਹਾਸਲ ਕੀਤਾ ਹੋਇਆ ਹੈ ਉਹ ਸਹੀ ਤਰੀਕੇ ਨਾਲ ਜਗਰ ਹੋਵੇ ਤੇ ਉਹਨਾਂ ਦਾ ਸਵਾਸ ਵਿਅਰਥ ਨਹੀਂ ਜਾਂਦਾ। ਸੋ ਇਸ ਕਰਕੇ ਆਓ, ਕਲਪਮਾਨ ਅਸੀਂ ਹੁੰਦੇ ਹਾਂ ਵੀ ਦੁੱਖ ਵਿੱਚ ਹੁੰਦੇ ਹਾਂ, ਸੁੱਖ ਵਿੱਚ ਨਹੀਂ ਹੁੰਦੇ। ਜੇ ਸੁੱਖ ਵਿੱਚ ਕਲਪਮਾਨ ਹੋਈਏ ਤੇ ਦੁੱਖ ਕਦੇ ਨਹੀਂ ਆਉਂਦਾ। ਹਾਂਜੀ, ਬਖਸ਼ਿਓ 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 ਕਰਤਾਰ, ਬਖਸ਼ਿਓ 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 ਕਰਤਾਰ। ਸੋ ਉਸ ਮਾਲਕ ਦੇ ਕੋਲ ਹੱਥ ਜੋੜਨੇ ਆ, ਸੱਚੇ ਪਾਤਸ਼ਾਹ ਬਖਸ਼ਿਓ 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 ਬਖਸ਼ਿਓ। ਬਹੁਤ ਛੋਟੀ ਉਮਰ ਸੀ, ਕੋਈ ਤਕਰੀਬਨ 8-9 ਸਾਲ ਦੀ ਜਾਂ ਵੱਧ ਤੋਂ ਵੱਧ 10 ਸਾਲ ਦੀ ਉਮਰ ਹੋਏਗੀ। ਸਾਡੇ ਪਿਛਲੇ ਨਗਰ ਵਿੱਚ ਮੁਸਲਮਾਨ ਜੁਲਾਏ ਸਨ। ਉਹਨਾਂ ਵਿੱਚੋਂ ਇੱਕ ਦਾ ਨਾਂ ਖੇੜਾ ਸੀ, ਇੱਕ ਦਾ ਨਾਂ ਅਲੀ ਮੁਹੰਮਦ ਸੀ। ਤੋ ਅਲੀ ਮੁਹੰਮਦ ਜਿਹੜਾ ਸੀ ਉਹ ਕਹਿਣ ਲੱਗਾ, ਖੇੜਿਆ ਆ ਕੇ ਯਾਰ ਨਮਾਜ਼ ਪੜ੍ਹ ਕੇ ਆਈਏ, ਨਮਾਜ਼ ਪੜ੍ਹ ਕੇ ਆਈਏ। ਉਹ ਖੇੜਾ ਕਹਿੰਦਾ, ਉਹ ਅਲੀ ਮੁਹੰਮਦਾ ਕਾਹਦੇ ਵਾਸਤੇ? ਅਲੀ ਮੁਹੰਮਦ ਨੇ ਕਰਿਆਨੇ ਦੀ ਦੁਕਾਨ ਪਾਈ ਹੋਈ ਸੀ। ਤੋ ਅਲੀ ਮੁਹੰਮਦ ਨੂੰ ਖੇੜਾ ਕਹਿੰਦਾ, ਉਹ ਅਲੀ ਮੁਹੰਮਦਾ ਕਾਹਦੇ ਲਈ ਨਮਾਜ਼ ਪੜ੍ਹਨੀ ਹੈ? ਕਹਿੰਦਾ ਕਿ ਯਾਰ ਖੁਦਾ ਦੇ ਨਾਂ ਦੀ ਚੱਲ ਕੇ ਨਮਾਜ਼ ਪੜ੍ਹੀਏ। ਉਹ ਕਹਿੰਦਾ, ਭਾਈ ਤੂੰ ਘੱਟ ਤੋਲਦਾ ਹੋਵੇਂਗਾ, ਤੂੰ ਆਪਣੇ ਗੁਨਾਹ ਬਖਸ਼ਾਉਣ ਚੱਲਿਆ, ਮੈਂ ਕੋਈ ਘੱਟ ਤੋਲਣਾ ਕਿ? ਮੈਂ ਤਾਂ ਕੋਈ ਪਾਪ ਹੀ ਨਹੀਂ ਕੀਤਾ, ਮੈਨੂੰ ਕੀ ਲੋੜ ਹੈ ਨਮਾਜ਼ ਪੜ੍ਹਨ ਦੀ? ਆਖੀ ਤੇ ਮੈਨੂੰ ਅਜੇ ਤੱਕ ਉਹ ਬਚਨ ਯਾਦ ਆ ਉਹਨਾਂ ਦਾ। 10 ਸਾਲ ਦੀ ਉਮਰ ਦੇ ਅੱਜ ਤੱਕ ਉਹ ਬਚਨ ਮੈਨੂੰ ਯਾਦ ਹੈ। ਦੇਖੋ, ਜੋ ਅਸੀਂ ਅਵੱਗਿਆ ਕਰ ਲੈਂਦੇ ਹਾਂ, ਗਲਤੀਆਂ ਕਰ ਲੈਂਦੇ ਹਾਂ, ਭੁੱਲਾਂ ਕਰ ਲੈਂਦੇ ਹਾਂ, ਜਦ ਸਾਨੂੰ ਉਹਨਾਂ ਦੀ ਸਜ਼ਾ ਮਿਲਦੀ ਹੈ ਤੇ ਫਿਰ ਉਹ ਇਸ ਤਰ੍ਹਾਂ ਹੁੰਦੀ ਹੈ ਜਿਸ ਤਰ੍ਹਾਂ ਇੱਕ ਆਦਮੀ ਚੋਰੀ ਕਰਦਾ ਹੈ, ਉਹ ਫੜਿਆ ਜਾਂਦਾ ਹੈ, ਉਸ ਨੂੰ ਅਦਾਲਤ ਵਿੱਚੋਂ ਸਜ਼ਾ ਆਇਦ ਹੋ ਜਾਂਦੀ ਹੈ, ਉਹ ਹਵਾਲਾਟੇ ਚਲਾ ਜਾਂਦਾ। ਹੁਣ ਉਹਨੂੰ ਸਜ਼ਾ ਆਇਦ ਹੋ ਗਈ ਹੈ, ਉਹਨੂੰ ਜੇਲ੍ਹ ਮਿਲ ਗਈ ਹੈ, ਸਾਲ ਦੀ, 2 ਸਾਲ ਦੀ, 3 ਸਾਲ ਦੀ, ਜਿੰਨੀ ਵੀ ਹੈ, ਜੋ ਆਪਣੀ ਉਹਨੇ ਗਲਤੀ ਕੀਤੀ ਹੈ ਉਸ ਦੇ ਮੁਤਾਬਕ ਉਸ ਨੂੰ ਜੇਲ੍ਹ ਮਿਲ ਚੁੱਕੀ ਹੈ। ਹੁਣ ਉਹ ਜੇਲ੍ਹ ਵਿੱਚ ਹੱਥ ਜੋੜਦਾ ਰਹੇਗਾ, ਤਰਲੇ ਕਰਦਾ ਰਹੇਗਾ, ਵਾਸਤੇ ਪਾਉਂਦਾ ਰਹੇਗਾ ਤੇ ਉਹ ਮਾਫ ਨਹੀਂ ਹੋਣੀ। ਉਹ ਤਾਂ ਕੱਟ ਕੇ ਹੀ ਸਜ਼ਾ ਸਾਰੀ ਜਿਹੜੀ ਹੈ ਫੇਰ ਹੀ ਉਹ ਰਿਹਾ ਹੋਣਾ, ਉਸਨੇ ਐਵੇਂ ਤੇ ਹੋਣਾ ਨਹੀਂ। ਇਸ ਕਰਕੇ ਇਸ ਤਰੀਕੇ ਦੇ ਨਾਲ ਜੋ ਅਸੀਂ ਦੁੱਖ ਵਿੱਚ ਉਸ ਨੂੰ ਯਾਦ ਕਰਨੇ ਆ, ਸਾਡੇ ਤੇ ਜਦੋਂ ਦੁੱਖ ਐਦ ਹੁੰਦੇ ਨੇ, ਤਕਲੀਫਾਂ ਐਦ ਹੁੰਦੀਆਂ ਨੇ, ਤਾਂ ਅਸੀਂ ਸੁੱਖ ਦੇ ਵਿੱਚ ਨਹੀਂ। ਇਸ ਵਾਸਤੇ ਸੰਤ ਜਨ ਸਾਨੂੰ ਕਹਿੰਦੇ ਨੇ, ਨਹੀਂ ਦੁੱਖ ਹੋਵੇ ਜਾਂ ਸੁੱਖ ਹੋਵੇ, ਉਹਦੇ ਵਿੱਚ ਮਾਲਕ ਦਾ ਨਾਮ ਜਪੋ, ਨਾਮ ਜਪੋ, ਭਜਨ ਕਰੋ, ਬੰਦਗੀ ਕਰੋ, ਸੇਵਾ ਕਰੋ। ਕਿਉਂ ਕਰੋ? ਇਸ ਵਾਸਤੇ ਕਿ ਜੇਕਰ ਪਿਛਲੀਆਂ ਭੁੱਲਾਂ ਹੋ ਚੁੱਕੀਆਂ ਨੇ ਤੇ ਅੱਗੇ ਵਾਸਤੇ ਕੋਈ ਸਮਝ ਜਾਈਏ। ਹਾਂਜੀ, ਤੇਰੇ ਹੱਥ ਖਿਲਾਉਣਾ, ਚਾਹੇ ਰੱਖ ਚਾਹੇ ਤੋੜ, ਤੇਰੇ ਹੱਥ ਖਿਲਾਉਣਾ, ਚਾਹੇ ਰੱਖ ਚਾਹੇ ਤੋੜ। ਕਿਉਂਕਿ ਸਾਡਾ ਜੀਵਨ ਜਿਹੜਾ ਹੈ, ਮਾਲਕ ਕੋਲ ਪ੍ਰਾਰਥਨਾ ਕਰਨੀ ਹੈ, ਹੇ ਅਕਾਲ ਪੁਰਖ ਸੱਚਾ ਪਾਤਸ਼ਾਹ, ਤੇਰੇ ਹੱਥ ਸਾਡੇ ਜੀਵਨ ਦਾ ਇੱਕ ਖਿਲਾਉਣਾ ਹੈ।
ਤੂੰ ਜਦੋਂ ਮਰਜ਼ੀ ਹੈ ਤੋੜ ਸਕਣਾ ਹੈ, ਚਾਹੇ ਰੱਖ ਲੈ ਚਾਹੇ ਤੋੜ ਲੈ, ਤੇਰੇ ਹੱਥ ਹੈ ਡੋਰੀ ਹੈ। ਉਹ ਕਿਸੇ ਆਦਮੀ ਦੇ ਹੱਥ ਵਿੱਚ ਇੱਕ ਚਿੜੀ ਫੜੀ ਸੀ ਤਾਂ ਦੂਸਰੇ ਨੂੰ ਪੁੱਛਣ ਲੱਗਾ ਭਈ ਸੁਣਾ ਭਈ ਇਹ ਚਿੜੀ ਜਿਉਂਦੀ ਹੈ ਕਿ ਭਲਾ ਮੋਈ ਹੋਈ ਹੈ, ਬੁੱਝ ਹਾਂ ਭਲਾ। ਉਹ ਸਮਝਦਾਰ ਸੀ ਬੰਦਾ ਜਿਹਨੂੰ ਉਹਨੇ ਪੁੱਛਿਆ। ਉਹ ਹੁਣ ਦੇਖ ਰਿਹਾ ਵੀ ਮੈਂ ਇਹਨੂੰ ਕੀ ਕਵਾਂ, ਇਹ ਮਰੀ ਹੋਈ ਹੈ ਜਾਂ ਕਿ ਜਿਉਂਦੀ ਹੈ। ਸੋਚ ਸੋਚ ਕੇ ਆਖਣ ਲੱਗਾ ਭਾਈ ਜੇ ਮੈਂ ਆਖਿਆ ਭਈ ਇਹ ਜਿਉਂਦੀ ਹੈ ਤੇ ਤੂੰ ਗੋਂ ਪੇ ਘੁੱਟ ਕੇ ਮਾਰ ਲਵੇਂ, ਤੇ ਜੇ ਮੈਂ ਆਖਾਂ ਮੋਈ ਹੈ ਤੇ ਗੋਂ ਪੇ ਜਿਉਂਦੀ ਹੋਵੇ। ਭਾਈ ਇਹ ਤੇਰੀਆਂ ਤੂੰ ਹੀ ਜਾਣਦਾ, ਮੈਨੂੰ ਨਹੀਂ ਇਸ ਗੱਲ ਦਾ ਪਤਾ। ਇਸੇ ਤਰ੍ਹਾਂ ਸਾਡਾ ਜੀਵਨ ਹੈ, ਜ਼ਿੰਦਗੀ ਹੈ, ਸਾਡੀ ਉਮਰ ਹੈ, ਮਾਲਕ ਦੇ ਹੱਥ ਵਿੱਚ ਹੈ। ਬੇਖਬਰ ਹਾਂ, ਹਰ ਬੰਦਾ ਬੇਖਬਰ ਹੈ। ਪਤਾ ਨਹੀਂ ਕਿਸ ਵਕਤ ਆਵਾਜ਼ ਆ ਜਾਣੀ ਹੈ ਵੀ ਆ ਜਾ ਹੁਣ। ਸੋ ਇਸ ਕਰਕੇ ਜਿਸ ਟਾਈਮ ਦੀ ਖਬਰ ਨਾ ਹੋਵੇ, ਪਤਾ ਹੀ ਨਾ ਹੋਵੇ, ਉਸ ਦੀ ਉਡੀਕ ਵਿੱਚ ਰਹਿਣਾ ਤੇ ਮਾਲਕ ਨੂੰ ਯਾਦ ਕਰਨਾ ਇਨਸਾਨ ਦਾ ਫਰਜ਼ ਹੈ। ਹਾਂਜੀ, ਆਉਣਾ ਜਾਣਾ ਹੁਕਮ ਸੱਦੇ ਚਾਹੇ ਮੋੜ, ਆਉਣਾ ਜਾਣਾ ਹੁਕਮ ਸੱਦੇ ਚਾਹੇ ਮੋੜ। ਕਿਉਂਕਿ ਦੁਨੀਆ ਵਿੱਚ ਭੇਜਣਾ ਸੱਦ ਲੈਣਾ ਇਹ ਉਹਦੀ ਮਾਲਕ ਦੀ ਹੱਥ ਵਿੱਚ ਹੈ। ਚਾਹੇ ਉਹ ਮੋੜ ਦੇਵੇ ਚਾਹੇ ਉਹ ਸੱਦ ਲਵੇ। ਸਾਡੇ ਨਜ਼ਦੀਕ ਹੀ ਇੱਕ ਨਗਰ ਹੈ ਦਰਸੋਪੁਰ, ਉੱਥੇ ਇੱਕ ਮਾਈ ਸੀ, ਉਹਦਾ ਪੁੱਤਰ ਕੋਈ ਨਹੀਂ ਸੀ, ਚਾਂਗ ਨੇ ਉਹ ਬਰਾਦਰੀ ਦੇ। ਤਾਂ ਉਹ ਮਾਈ ਸਾਡੀ ਹੀ ਬਰਾਦਰੀ ਦੇ ਆਦਮੀਆਂ ਕੋਲੋਂ ਕੁਝ ਪੈਸਾ ਲੈ ਕੇ ਖਾ ਬੈਠੀ ਹੱਦ ਅਮਾਨੀ। ਉਹਨਾਂ ਨੂੰ ਕਹਿੰਦੀ ਤੁਹਾਨੂੰ ਮੈਂ ਜ਼ਮੀਨ ਲਿਖ ਦਿਆਂਗੀ। ਇੱਕ ਲੜਕੀ ਸੀ ਉਸ ਦੀ, ਉਹਨ ਵਿਆਹ ਛੜੀ ਹੋਈ ਸੀ ਲੜਕੀ, ਕਹਿੰਦੀ ਉਹ ਰੁਪਈਆ ਲੈ ਕੇ ਉਹਨਾਂ ਕੋਲੋਂ ਕਾਫੀ ਕੋਈ ਕਿੰਨੇ ਹਜ਼ਾਰ ਰੁਪਈਆ ਲੈ ਲੈ ਕੇ ਖਾਂਦੀ ਰਹੀ। ਕਹਿਣ ਲੱਗੀ ਤੁਹਾਨੂੰ ਜ਼ਮੀਨ ਲਿਖ ਦਿਆਂਗੀ, ਪਰ ਮਰ ਗਈ। ਜਿਸਲੇ ਮਰ ਗਈ ਤਾਂ ਮਾਲਕ ਦੇ ਦਰਬਾਰ ਜਾ ਕੇ ਪੇਸ਼ ਹੋਈ ਤੇ ਹੁਕਮ ਹੋਇਆ ਤੇ ਜਿਨ੍ਹਾਂ ਦਾ ਇੰਨਾ ਰੁਪਈਆ ਲੈ ਕੇ ਤੂੰ ਖਾ ਆਈ ਆ ਉਹਨਾਂ ਨੂੰ ਕੋਈ ਲਿਖ ਲਿਖਾ ਕੇ ਦੇ ਆਈ ਹੈ। ਤੇ ਸਰੀਰ ਕੰਬਿਆ, ਆਖਣ ਲੱਗੀ ਮਹਾਰਾਜ ਮੈਂ ਕੁਛ ਨਹੀਂ ਲਿਖ ਕੇ ਦੇ ਸਕੀ, ਆਪ ਦਾ ਹੁਕਮ, ਪਰ ਜੇ ਤੁਸੀਂ ਮੈਨੂੰ ਬਖਸ਼ਿਸ਼ ਕਰੋ, ਆਗਿਆ ਬਖਸ਼ੋ, ਤੇ ਮੈਂ ਜਾ ਕੇ ਜ਼ਮੀਨ ਲਿਖ ਕੇ ਦੇ ਆਉਣੀ। ਹੁਕਮ ਹੋਇਆ ਵੀ ਜਾ ਇੱਕ ਹਫ਼ਤੇ ਵਾਸਤੇ ਤੈਨੂੰ ਫੇਰ ਦੁਬਾਰਾ ਭੇਜਣੇ, ਜਾ ਕੇ ਜ਼ਮੀਨ ਲਿਖ ਕੇ ਦੇ ਕੇ ਆ। ਸੱਚਮੁੱਚ ਗੁਰੂ ਪਿਆਰੀ ਸਾਧ ਸੰਗਤ ਜੀ, ਮਸਾਨ ਘਾਟ ਖੜੀ ਹੋਈ ਉਹ ਮਾਈ ਉੱਠ ਬੈਠੀ। ਜਿਸ ਵੇਲੇ ਉੱਠ ਕੇ ਬੈਠ ਗਈ, ਚਿਖਾ ਚਿਣੀ ਜਾ ਰਹੀ ਸੀ। ਅਕਲ ਡਰ ਕੇ ਲੋਕ ਪਿਛਾਂ ਹੋ ਗਏ। ਆਖਣ ਲੱਗੀ ਡਰੋ ਨਾ, ਬਿਲਕੁਲ ਚਲੋ ਘਰ, ਮੈਨੂੰ ਲੈ ਚਲੋ, ਕੋਈ ਜ਼ਰੂਰੀ ਕੰਮ ਵਾਸਤੇ ਮੈਂ ਕੁਝ ਦਿਨਾਂ ਲਈ ਆਈ ਹਾਂ। ਘਰ ਆ ਕੇ ਉਹਨਾਂ ਬੰਦਿਆਂ ਨੂੰ ਕਹਿਣ ਲੱਗੀ ਵੀ ਚੱਲ ਕੇ ਜ਼ਮੀਨ ਲਿਖਾ ਲਓ, ਭਲਿਓ ਲੋਕੋ ਮੇਰੇ ਕੋਲ, ਮੈਂ ਇਸ ਕੰਮ ਲਈ ਆਈ ਹਾਂ। ਠੀਕ ਹੈ, ਉਹ ਵਾਕਈ ਜਾ ਕੇ ਤਹਿਸੀਲਦਾਰ ਦੇ ਜਾ ਕੇ ਉੱਥੇ ਕਹਿਣ ਲੱਗੀ ਮਹਾਰਾਜ ਪੈਸੇ ਜਿੰਨੇ ਮਰਜ਼ੀ ਲੈ ਲਓ, ਇਹਨਾਂ ਦਾ ਇੰਤਕਾਲ ਵੀ ਕਰ ਦਿਓ। ਮਤਲਬ ਕੀ ਕਿ ਉਹ ਸਮੇਂ ਦੇ ਮੁਤਾਬਕ ਮੁੜ ਕੇ ਸੱਚੀ ਮੁੱਚੀ 8 ਦਿਨੀ ਉਹ ਫੇਰ ਆਪਣਾ ਸਰੀਰ ਛੱਡ ਗਈ ਸੀ। ਇਹ ਅਕਾਲ ਪੁਰਖ ਦੇ ਹੱਥ ਵਿੱਚ ਹੈ, ਚਾਹੇ ਉਹ ਮੋੜ ਦੇਵੇ, ਸੱਦ ਲਵੇ, ਰੱਖ ਲਵੇ, ਨਾ ਰੱਖੇ। ਅਸੀਂ ਅਕਾਲ ਪੁਰਖ ਦੇ ਹੋਵਾਂਗੇ ਤੇ ਸਾਨੂੰ ਅਕਾਲ ਪੁਰਖ ਦੇ ਜਾਂ ਰਜਾਵਾਂ ਵਿੱਚ ਰਵਾਂਗੇ ਤੇ ਸਾਡੇ ਨੂੰ ਬਹੁਤ ਰਿਆਤ ਹੋ ਸਕਦੀ ਹੈ। ਮਾਲਕ ਸਾਡਾ, ਸਾਡੇ ਜਿਸ ਤਰ੍ਹਾਂ ਅਸੀਂ ਆਪਣੀ ਔਲਾਦ ਦਾ ਭਲਾ ਚਾਹੁੰਦੇ ਹਾਂ, ਅਸੀਂ ਵੀ ਆਖਰ ਮਾਲਕ ਦੀ ਔਲਾਦ ਹਾਂ, ਮਾਲਕ ਦੀ ਅੰਸ਼ ਹਾਂ। ਉਹ ਵੀ ਸਾਨੂੰ ਦੁੱਖ ਨਹੀਂ ਦੇਣਾ ਚਾਹੁੰਦਾ। ਉਹ ਸਿਰਫ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕੱਪੜਾ ਸਾਡਾ ਮੈਲਾ ਹੋ ਜਾਂਦਾ ਹੈ। ਆ ਹੁਣੇ ਤੁਸੀਂ ਦੇਖਦੇ ਹੋ ਉਧਰ ਬੀਬੀ ਕੱਪੜੇ ਧੋ ਰਹੀ ਹੈ ਤੇ ਥਾਪੀ ਨਾਲ ਕੁੱਟਣ ਡਈ ਹੋਈ ਹੈ, ਉਹਦੀ ਆਵਾਜ਼ ਇੱਥੇ ਤੱਕ ਪਹੁੰਚ ਰਹੀ ਹੈ। ਥਾਪੀ ਨਾਲ ਕੁੱਟਣ ਡਈ ਹੈ ਲੀੜੇ ਦੇ ਵਿੱਚੋਂ ਮੈਲ ਨਿਕਲ ਜਾਏ। ਇਸੇ ਤਰ੍ਹਾਂ ਸਾਨੂੰ ਜੋ ਦੁੱਖ ਆਉਂਦੇ ਨੇ, ਤਕਲੀਫਾਂ ਦਿੰਦਾ ਮਾਲਕ, ਉਹ ਇਸ ਵਾਸਤੇ ਦਿੰਦਾ ਹੈ ਕਿ ਤੁਹਾਡੇ ਮਨ ਵਿੱਚੋਂ ਮੈਲ ਨਿਕਲ ਜਾਵੇ, ਸਾਫ਼ ਹੋ ਜਾਵੇ। ਹੋਣੀ ਕਿਤੇ ਸਾਫ਼ ਹੋ ਜਾਓ। ਤੋ ਇਸ ਵਾਸਤੇ
ਦੁੱਖ ਜਿਹੜਾ ਹੁੰਦਾ ਹੈ ਉਹ ਇਨਸਾਨ ਨੂੰ ਸਾਫ਼ ਕਰਦਾ ਹੈ। ਹਾਂਜੀ, ਤਾਹੀ ਮਾਨਸ ਜਗ ਵਿੱਚ ਕਹਿ ਨ ਪਰੋਣਾ, ਤਾਹੀ ਮਾਨਸ ਜਗ ਵਿੱਚ ਕਹਿ ਨ ਪਰੋਣਾ। ਦੇਖੋ ਸੰਸਕ੍ਰਿਤ ਦਾ ਇੱਕ ਵਚਨ ਹੈ ਪ੍ਰਤਿਚਾ ਭਵਨ, ਜਿਸ ਦਾ ਮਤਲਬ ਹੈ ਕਿ ਸਾਰਾ ਸੰਸਾਰ ਮੁਸਾਫਰ ਖਾਨਾ ਹੈ। ਸਾਰਾ ਸੰਸਾਰ ਮੁਸਾਫਰ ਖਾਨਾ ਹੈ। ਹਰ ਇਨਸਾਨ ਮੁਸਾਫਰ ਦੀ ਤਰ੍ਹਾਂ ਰੇਲਵੇ ਦੇ ਮੁਸਾਫਰ ਖਾਨੇ ਹਨ, ਬੱਸਾਂ ਦੇ ਮੁਸਾਫਰ ਖਾਨੇ ਹਨ, ਸਰਾਵਾਂ ਹਨ, ਗੁਰਦੁਆਰੇ ਮੰਦਰ ਹਨ, ਇਹ ਸਭ ਮੁਸਾਫਰ ਖਾਨੇ ਹਨ। ਇਹਦੇ ਵਿੱਚ ਕਿੰਨਾ ਕੁ ਚਿਰ ਕੋਈ ਮੁਸਾਫਰ ਠਹਿਰ ਸਕਦਾ ਹੈ? ਰੇਲਵੇ ਦੇ ਮੁਸਾਫਰ ਖਾਨੇ ਵਿੱਚ ਜਾਂ ਬੱਸਾਂ ਦੇ ਮੁਸਾਫਰ ਖਾਨਿਆਂ ਵਿੱਚ ਜਾਂ ਕਿਸੇ ਧਰਮ ਸਥਾਨ ਵਿੱਚ ਇਹ ਅਗਰ ਕਿਤੇ ਵਾਂਢਾ ਜਾਂਦਾ ਤੇ ਵੱਧ ਤੋਂ ਵੱਧ ਦਿਹਾੜੀ 2 ਦਿਹਾੜੀਆਂ ਠਹਿਰੂਗਾ, ਆਖਰ ਉਸ ਮੁਸਾਫਰ ਖਾਨੇ ਵਿੱਚੋਂ ਚੱਲਣਾ ਪੈਂਦਾ ਹੈ। ਇਸੇ ਤਰ੍ਹਾਂ ਸਾਰਾ ਸੰਸਾਰ ਮੁਸਾਫਰ ਖਾਨਾ ਹੈ। ਇਹਦੇ ਮੁਸਾਫਰ ਦੀ ਤਰ੍ਹਾਂ ਇਸ ਸੰਸਾਰ ਵਿੱਚ ਹਰ ਇਨਸਾਨ ਆਇਆ ਹੋਇਆ ਹੈ, ਆਖਰ ਇੱਥੋਂ ਜਾਣਾ ਤੇ ਪੈਣਾ ਹੀ ਪੈਣਾ ਹੈ। ਹਾਂਜੀ, ਬਾਕੀ ਦੇਖੋ ਇੱਕ ਸੰਸਕ੍ਰਿਤ ਦਾ ਸ਼ਲੋਕ ਹੈ, ਮਨ ਸੂਝਤਾ ਸੰਸਕ੍ਰਿਤ ਸ਼ਲੋਕ ਮਨੁੱਖੀ ਮਨ ਭੰਡਾਰ ਚੰਨ ਲੋਕ। ਸੰਸਕ੍ਰਿਤ ਦਾ ਸ਼ਲੋਕ ਹੈ ਕਿ ਜਿਹੜਾ ਸਾਡਾ ਮਨ ਹੈ ਇਹ ਮਨ ਨਹੀਂ ਚਾਹੁੰਦਾ ਵੀ ਮੈਂ ਸੰਸਾਰ ਵਿੱਚੋਂ ਜਾਵਾਂ। ਬਿਰਧ ਤੋਂ ਬਿਰਧ ਇਨਸਾਨ ਹੋਇਆ ਹੋਇਆ ਵੀ ਇਹ ਲੋੜਦਾ ਹੈ ਕਿ ਮੈਂ ਨਾ ਜਾਵਾਂ ਸੰਸਾਰ ਵਿੱਚ, ਪਰ ਅਟਲ ਹੈ ਹੁਕਮ ਉਸ ਪਰਮੇਸ਼ਵਰ ਦਾ, ਜਦੋਂ ਉਹ ਆਉਣਾ ਹੈ ਉਦੋਂ ਜਾਣਾ ਪੈਣਾ ਹੈ। ਹਾਂਜੀ, ਖਾਣਾ ਪੀਣਾ ਪਹਿਨਣਾ ਕਿੰਨਾ ਚਿਰ ਹੈ ਨੋਣਾ, ਖਾਣਾ ਪੀਣਾ ਪਹਿਨਣਾ ਕਿੰਨਾ ਚਿਰ ਹੈ ਨੋਣਾ। ਆਓ ਇਸ ਸੰਸਾਰ ਦੇ ਵਿੱਚ ਕਿਤਨਾ ਕੁ ਚਿਰ ਅਸੀਂ ਖਾਣਾ ਪੀਣਾ ਪਹਿਨਣਾ, ਇਹ ਕਿੰਨਾ ਕੁ ਚਿਰ ਸਾਡੀ ਲੋੜ ਪੂਰੀ ਹੁੰਦੀ ਰਹਿਣੀ ਹੈ। ਇਹ ਤਾਂ ਸੰਸਾਰ ਦੇ ਵਿੱਚ ਕੋਈ ਕੱਪੜਾ ਚੰਗਾ ਪਹਿਨ ਲੈਂਦਾ, ਕੋਈ ਮਹਿੰਗਾ ਪਹਿਨ ਲੈਂਦਾ, ਕੋਈ ਸਸਤਾ ਪਹਿਨ ਲੈਂਦਾ ਹੈ। ਹਜ਼ਾਰਾਂ ਲੋਕ ਐਸੇ ਵੀ ਹਨ ਜਿਹੜੇ ਕਿ ਬਿਨਾਂ ਕੱਪੜਿਆਂ ਤੋਂ ਹੀ ਆਪਣਾ ਜੀਵਨ ਬਤੀਤ ਕਰ ਜਾਂਦੇ ਨੇ ਸੰਸਾਰ ਵਿੱਚ। ਤਾਂ ਇਹ ਕਿੰਨਾ ਕੁ ਚਿਰ ਹੈ ਕਿ ਸਫ਼ਰ ਹੈ, ਸਫ਼ਰ ਦੇ ਵਿੱਚ ਇਹਨਾਂ ਚੀਜ਼ਾਂ ਨੇ ਵੀ ਛੱਡਣਾ ਪੈਣਾ। ਹਾਂਜੀ, ਬੜੇ ਬੜੇ ਸੰਸਾਰ ਵਿੱਚ ਆਏ ਸਭ ਲੱਦ ਗਏ, ਬੜੇ ਬੜੇ ਸੰਸਾਰ ਵਿੱਚ ਆਏ ਸਭ ਲੱਦ ਗਏ। ਕੋਈ ਬੜੀਆਂ ਬੜੀਆਂ ਵੱਡੀਆਂ ਉਮਰਾਂ ਵਾਲੇ ਵੀ ਸੰਸਾਰ ਵਿੱਚ ਆਏ ਨੇ, ਹਜ਼ਾਰਾਂ ਸਾਲਾਂ ਦੀਆਂ ਉਮਰਾਂ ਲੈ ਕੇ ਵੀ ਸੰਸਾਰ ਵਿੱਚ ਆਏ ਨੇ, ਉਹ ਵੀ ਇੱਥੇ ਨਹੀਂ ਰਹੇ। ਉਹਨਾਂ ਵੀ ਸੰਸਾਰ ਨੂੰ ਆਖਰ ਛੱਡ ਕੇ ਉਹਨਾਂ ਨੂੰ ਵੀ ਜਾਣਾ ਪਿਆ। ਹੁਣ ਵੇਖੀਏ, ਵਿਚਾਰ ਕਰੀਏ, ਬਰਸਾਤ ਦੇ ਦਿਨਾਂ ਵਿੱਚ ਕਈ ਰੂਹਾਂ ਐਸੀਆਂ ਆਉਂਦੀਆਂ ਨੇ, ਜੀਵ ਜੰਤ ਪੈਦਾ ਹੁੰਦੇ ਨੇ, ਉਹ ਸਵੇਰ ਨੂੰ ਪੈਦਾ ਹੋ ਕੇ ਸ਼ਾਮ ਨੂੰ ਖਤਮ ਹੋ ਜਾਂਦੇ ਨੇ। ਕਈ ਵਾਰ ਕਈਆਂ ਘਰਾਂ ਵਿੱਚ ਸਾਡਿਆਂ ਵਿੱਚ ਬੱਚਿਆਂ ਦੇ ਜਨਮ ਹੋ ਕੇ ਛੋਟੇ ਛੋਟੇ ਬੱਚੇ ਸਰੀਰ ਛੱਡ ਜਾਂਦੇ ਨੇ। ਅਸੀਂ ਫਿਰ ਅਫਸੋਸ ਵਿੱਚ ਬੈਠਨੇ ਆ ਤੇ ਕਹਿੰਦੇ ਆ, ਭਾਈ ਇਸ ਨੇ ਕੀ ਜਨਮ ਲਿਆ, ਕੀ ਲੈ ਕੇ ਸੰਸਾਰ ਦਾ ਵੇਖਿਆ, ਆਇਆ ਤੇ ਸਹੀ ਪਰ ਕੀ ਆਇਆ, ਕੁਛ ਵੀ ਨਾ। ਮਤਲਬ ਹੁੰਦਾ ਭਈ ਇਹਦਾ ਕੋਈ ਫਾਇਦਾ ਨਹੀਂ ਹੋਇਆ ਹੁਣ ਦਾ ਉਸ ਨੂੰ। ਅਸਲ ਵਿੱਚ ਗੱਲ ਇਹ ਹੁੰਦੀ ਹੈ, ਜੋ ਛੋਟੇ ਬੱਚੇ ਛੱਡ ਜਾਂਦੇ ਨੇ ਇਹ ਵੀ 84 ਦੇ ਗੇੜ ਵਿੱਚ ਹੁੰਦੇ ਨੇ। ਇੱਧਰੋਂ ਸਰੀਰ ਛੱਡ ਕੇ ਉਹਨਾਂ ਦਾ ਅੱਗੇ ਬੁਰਜ ਤਿਆਰ ਹੁੰਦਾ ਹੈ, ਫਿਰ ਉਹਦੇ 'ਚ ਪ੍ਰਵੇਸ਼ ਕਰਦੀ ਹੈ ਰੂਹ। ਜਨਮ ਲੈ ਕੇ ਕੁਝ ਦਿਨ ਰਹਿ ਕੇ ਫਿਰ ਅੱਗੇ ਜਾ ਬੁਰਜ ਤਿਆਰ ਹੁੰਦਾ, ਫਿਰ ਪ੍ਰਵੇਸ਼ ਕਰਦੀ ਹੈ। ਬਾਰ-ਬਾਰ ਜੰਮਦੀ, ਬਾਰ-ਬਾਰ ਮਰਦੀ, ਬਾਰ-ਬਾਰ ਜੰਮਦੀ, ਬਾਰ-ਬਾਰ ਮਰਦੀ। ਇਹੋ ਹੀ ਹੈ ਨੂਹ ਨਦੀ, ਜਿਹਨੂੰ ਕਹਿੰਦੇ ਨੇ ਲਹੂ ਪਾਕ ਦੀ ਲੰਘਣੀ ਪੈਂਦੀ ਹੈ। ਦਰਿਆ ਨਹੀਂ ਕਿਤੇ ਵਗਦਾ, ਬਾਰ-ਬਾਰ ਗਰਭ 'ਚ ਆਉਣਾ ਹੀ ਨੂਹ ਨਦੀ ਹੈ। ਲਹੂ ਤੇ ਪਾਕ ਵਿੱਚ ਹੀ ਸਾਰਾ ਬਾਰ-ਬਾਰ ਜੰਮਣਾ ਮਰਨਾ, ਬਾਰ-ਬਾਰ ਜੰਮਣਾ ਮਰਨਾ। ਪਰ ਕਈ ਵਾਰ ਅਸੀਂ ਇਹ ਜਦੋਂ ਆਉਂਦੇ ਹਾਂ ਪਈ ਇਹ ਕੀ ਜਨਮ ਸੀ, ਕੀ ਕੁਛ ਵੀ ਨਹੀਂ ਆਇਆ, ਪਰ ਨਹੀਂ, ਪਰ ਉਹਦੀ ਕੀੜੇ ਪਤੰਗੇ ਦੀ ਰੂਹ ਸਾਨੂੰ ਇਹ ਗੱਲ ਕਹਿੰਦੀ ਆ, ਉਹ ਭੜਵਿਆ ਸੰਸਾਰ ਵਿੱਚ ਤੂੰ ਭੁਲੇਖੇ 'ਚ ਹੈ, ਅਸੀਂ ਭੁਲੇਖੇ 'ਚ ਨਹੀਂ। ਕੀੜੇ ਪਤੰਗੇ ਦੀ ਰੂਹ ਕਹੇਗੀ ਮੈਂ ਠੀਕ ਸਵੇਰੇ ਪੈਦਾ ਹੋਇਆ, ਸ਼ਾਮ ਨੂੰ ਖਤਮ ਹੋ ਗਿਆ ਸਾਂ, ਪਰ ਭਾਈ ਸੰਸਾਰ ਵਿੱਚ ਹੈ ਤੇ ਇਹੋ ਕੁਝ ਹੀ ਹੈ।
जन्मया, कुछ चिर टिकया और फिर मिटिया। बस जन्मया, कुछ चिर टिकया फिर मिटिया। वो कहती है रूह, भाई तू 80 साल संसार विच जां 100 साल रिहो, ਜਿਹੜਾ ਕੰਮ ਤੂੰ 80 ਸਾਲਾਂ ਵਿੱਚ ਕਰਨਾ ਸੀ ਮੈਂ ਤਾਂ ਇੱਕੋ ਹੀ ਦਿਨ ਚ ਕਰਕੇ ਤੁਰ ਚੱਲਿਆ ਹਾਂ। ਕੰਮ ਤੇ ਇੰਨਾ ਹੀ ਹੈ, ਜਨਮਿਆ ਕੁਝ ਦਿਨ ਟਿਕਿਆ ਫਿਰ ਮਿਟਿਆ। ਬਸ ਮੈਂ ਵੀ ਜਨਮਿਆ, ਟਿਕਿਆ ਔਰ ਮਿਟਿਆ, ਇੱਕੋ ਦਿਨ ਚ ਹੀ ਮੁਕਾ ਕੇ ਤੁਰ ਚੱਲਿਆ। ਇਹ ਤੇ ਨਹੀਂ ਨਾ ਵੀ ਤੂੰ ਇਹ ਮੁਕਾ ਕੇ ਨਹੀਂ ਜਾਣਾ, तुम्हें कुछ चिर टिकना ते मिटना है। हर आदमी ने कुछ चिर टिकना है, मिटना है। हर जीव ने मिटना है, भावें कितनी भी क्यों ना उम्र हो जाए, कितनी भी उम्र क्यों ना हो जाए। हजरत नूह अलैहिस्सलाम मुसलमान सूफी फकीर के मतलब मैं पढ़िया, यदी 900 साल उम्र लिखी है। 900 साल 900 साल उम्र सी तो एक बांस लैके ते बांसा का एक जिस तरह पहला कणक गाउण वाला हुंदा सी फला, उस तरह का उन्हें बनाया होया। तो एवं करके डंगा करके तो उधर भी एक बांस दे लेना तो उधर भी बांस दे लेना तो हेठा लुक रहना। जदों इधर सूरज जाना तो दूजे बन्ने होके उल्टा के दूजे बन्ने कर लेना तो वो हेठा बह रहना। जदों वो 900 साल उम्र पूरी हो गई तो मालक ने भेजिया अपने गणा नूं कि जाओ हजरत नूह अलैहिस्सलाम नूं लैके आओ। रिश्ते सोचन लगे भई इन्नी उम्र वाला पता नहीं किन्ने या कोठियां होणगियां, किन्नी जमीन होएगी, किन्ना शहर बसाया दा होएगा उसने। ते वो पिंडां विच ते शहरां विच लभदे फिरे, किते नज़र ना आया। अक के चले गए मालक कोल के महाराज वो है कित्थे है। उन्हें आख्या कित्थे लभदे सी। आख्या पिंड सारे गाह मारे ने, शहरां च फिर चढ़िया, नूह अलैहिस्सलाम किते मिलिया ही नहीं। उन्हें आख्या जाओ फलानी अजार विच है, उत्थे उत्थे गए। हुण वेखदे ने कि वो फले दे थले लुकिया होया, खलो गए। हजरत नूह अलैहिस्सलाम ने पूछया हो दसो तुसी कौन हो, कित्थों आए हो। आखन लगे हजरत असी तुहानू मालक ने बुलावा भेजिया उसके वास्ते आए हैं कि चले चलो हुण उम्र खत्म हो गई है, पर चलन तो पहला असी एक गल पुछनी चाहुंदे हां तुहानू, दसो। आख्या दसो की है। आख्या तुहाडी 900 साल उम्र और तुसी कोई मकान भी नहीं बनाया अपने वेले। ते हजरत नूह अलैहिस्सलाम हस पिया, हस के आखन लगा इहदे च मेरा कोई कसूर नहीं, मैं तुहाडी अडीक विच ही सारा टाइम कट दिता है कि हुण भी आए, हुण भी आए, हुण भी आए, चलो मकान करना ही की है। सिर्फ अडीकल तुहाडी तुसी चिर ला के आए हो। सो इस वास्ते गुरु प्यारी साध संगत जीओ, संसार एक सुपना है, संसार एक सुपना है। कई बार वचन होया है कि गुरु रविदास के पास आप परमात्मा एक साधु के भेष विच आके, गाहक के भेष विच आके ते पुछया वेखिए भला रविदास पहचानदा है। ते आन के उन्होंने पुछया सुना भगता तेरा की हाल है। गुरु महाराज अपनी दृष्टि नाल देखिया पैरों तो लैके सिर तक, ते गुरु महाराज मुस्कराए हसे, आख्या वेख अज केड़े रूप च आ गए, केड़े रूप च आके आ गए। नमस्कार की ते बाहू फड़ के बहा लिया कुठिए विच, ते नाल ही शब्दोच्चारण किया। आख्या नरपत एक संघासन सोया, सुपने पियो भिखारी, असत राज बिछरत दुख पायो, ए गत पई हमारी। नाल ही शब्द उच्चारण करता कि महाराज मैनू की पुछदे हो, मेरा हाल चाल पई भगता तेरा की हाल है। मेरी तुहाडी दशा इहो जी है जिस तरह एक राजा ते राणी इक्को ही महल उत्ते दोवे सुते होण, पर दोवे सुपने विच भिखारी बन के मंगदे फिरदे होण। मेरी तो तुहाडी दशा इस वेले वो है, मैं तुहाडा नूर हाँ, आपे ही तुसां मैनूं संसार विच भेजिया,
ਤੁਹਾਡੇ ਹੀ ਪਾਸ ਮੈਂ ਰਹਿਣ ਵਾਲਾ ਹਾਂ, ਤੁਹਾਡਾ ਹੀ ਮੈਂ ਨੂਰ ਹਾਂ, ਤੁਹਾਡੇ ਕੋਲ ਰਹਿੰਦਾ ਸਾਂ, ਇਕੱਠੇ ਰਹਿੰਦੇ ਸਾਂ। ਆਪ ਹੀ ਤੁਸੀਂ ਸੰਸਾਰ ਵਿੱਚ ਭੇਜ ਕੇ ਤੇ ਅੱਜ ਆਪ ਵੀ ਮਗਰੇ ਹੀ ਆ ਗਏ ਹੋ। ਮੇਰੀ ਤੁਹਾਡੀ ਉਹੀ ਹਾਲਤ ਹੈ ਇਸ ਵੇਲੇ ਜਿਸ ਤਰ੍ਹਾਂ ਉਸ ਰਾਜੇ ਰਾਣੀ ਦੀ ਸੁਪਨੇ ਵਿੱਚ ਸੀ। ਰਾਜ ਭਾਗ ਸੁੱਤੇ ਕਿਤੇ ਨੇ, ਪਰ ਰਾਜ ਭਾਗ ਛੱਡ ਕੇ ਸੁਪਨੇ ਵਿੱਚ ਭਿਖਾਰੀ ਬਣ ਕੇ ਰਾਜਾ ਰਾਣੀ ਮੰਗਦੇ ਫਿਰਦੇ ਸਨ। ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਪਿਓ ਭਿਖਾਰੀ ਮੰਗਤ। ਅਸ਼ਤ ਰਾਜ ਬਿਛਰਤ ਦੁੱਖ ਪਾਇਓ। ਰਾਜ ਭਾਗ ਉਹਨਾਂ ਨੂੰ ਵਿਸਰ ਗਿਆ ਹੋਇਆ, ਠੂਠੇ ਹੱਥ 'ਚ ਫੜੇ ਤੇ ਮੰਗਦੇ ਫਿਰਦੇ ਨੇ। ਇਹ ਗੱਤ ਪਈ ਹਮਾਰੀ। ਇਸ ਵਕਤ ਮੇਰੀ ਔਰ ਤੁਹਾਡੀ ਉਹੀ ਹਾਲਤ ਆ ਉਹਨਾਂ ਮੰਗਤਾਂ ਦੀ ਤਰ੍ਹਾਂ ਸੁਪਨੇ ਦੇ ਵਿੱਚ। ਸੋ ਸਾਰਾ ਸੰਸਾਰ ਸੁਪਨਾ ਹੈ, ਸੁਪਨਾ ਹੈ। ਸਾਨੂੰ ਜਿਸ ਵਕਤ ਦੁਨੀਆ ਛੱਡਾਂਗੇ ਸਾਨੂੰ ਪਤਾ ਲੱਗ ਜਾਣਾ ਵੀ ਅਸੀਂ ਕਿੱਥੇ ਸੁੱਤੇ ਹੋਏ ਹਾਂ, ਕਿੱਥੇ ਉੱਠੇ ਹਾਂ, ਤੇ ਸੁਪਨੇ 'ਚ ਕੀ ਕੁਝ ਵੇਖ ਕੇ ਦੁਨੀਆ ਵਿੱਚ ਆਏ ਹਾਂ। ਇਹ ਸਾਨੂੰ ਉਦੋਂ ਪਤਾ ਲੱਗਣਾ ਹੈ। ਹਾਂਜੀ। ਜਿੱਤਨ ਜੋ ਮੈਦਾਨ ਨੂੰ ਜਹਾਨੋਂ ਭੱਜ ਗਏ, ਜਿੱਤਨ ਜੋ ਮੈਦਾਨ ਨੂੰ ਜੋ ਜਹਾਨੋਂ ਭੱਜ ਗਏ। ਜਿਹੜੇ ਸੰਸਾਰ ਵਿੱਚ ਆ ਕੇ ਹਜ਼ਾਰਾਂ ਫੌਜਾਂ ਜਮ੍ਹਾਂ ਕਰਕੇ ਜਿਨ੍ਹਾਂ ਸਾਰੇ ਮੁਲਕ ਨੂੰ ਫਤਿਹ ਕਰਨਾ ਚਾਹਿਆ, ਜਿਨ੍ਹਾਂ ਨੇ ਬੜੀਆਂ ਬੜੀਆਂ ਜੰਗਾਂ ਲੜੀਆਂ। ਆ ਵੇਖੋ ਬਾਣੀ 'ਚ ਲਿਖਿਆ, ਮੇਰੀ ਮੇਰੀ ਕੈਰੋਂ ਕਰ ਗੇ ਦਰਯੋਧਨ ਕੇ ਭਾਈ, 12 ਜੋਜਨ ਛਤਰ ਚਲਤ ਹੈ ਦਈ ਨਾ ਗਿਰਜਾਂ ਖਾਈ। 12 ਜੋਜਨ ਦਾ ਉਹਨਾਂ ਦੇ ਸਿਰ ਉੱਤੇ ਛਤਰ ਝੁਲਦਾ ਸੀ। 9 ਮੀਲ ਦਾ ਇੱਕ ਜੋਜਨ ਹੁੰਦਾ ਤੇ 12 ਜੋਜਨ ਉਹਨਾਂ ਦੇ ਸਿਰ ਉੱਤੇ ਛਤੜੀ ਝੁਲਦੀ ਸੀ। ਪਰ ਅਖੀਰ ਨੂੰ ਅਖੇ ਉਹਨਾਂ ਦੀ ਦਈਆਂ ਗਿਰਜਾਂ ਵੀ ਨਾ ਖਾਧੀਆਂ, ਉਹਨਾਂ ਨੂੰ ਵੀ ਸੰਸਾਰ ਛੱਡਣਾ ਪਿਆ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇੱਥੇ ਹਰ ਇਨਸਾਨ ਆਰਜੀ ਹੈ ਔਰ ਮੁਸਾਫਰ ਹੈ। ਤਾਂ ਹੀ ਤਾਂ ਸਾਨੂੰ ਹਦਾਇਤਾਂ ਕਰਦੇ ਨੇ ਸਿਆਣੇ ਪੁਰਸ਼ ਕਿ ਨਾਮ ਜਪ ਲਓ, ਤੁਹਾਡੇ ਕੰਮ ਆਉਣਾ ਜੀ, ਤੁਹਾਡੇ ਸਮਾਂ ਇਹ ਕੰਮ ਆਉਣਾ ਜੀ। ਹਾਂਜੀ। ਦੇਂਦਾ ਕੋਈ ਜਵਾਬ ਨਾ ਜਨ ਮੁੜ ਕੇ ਆਵੇ, ਦੇਂਦਾ ਕੋਈ ਜਵਾਬ ਨਾ ਜਨ ਮੁੜ ਕੇ ਆਵੇ। ਫਿਰ ਇਸ ਸੰਸਾਰ ਵਿੱਚੋਂ ਬੜੇ ਬੜੇ ਫਕਰ ਆਲਮ ਹੋ ਕੇ ਚਲੇ ਗਏ, ਪਰ ਦੁਨੀਆ ਨੂੰ ਕੋਈ ਆਦਮੀ, ਕੋਈ ਸੰਤ ਮਹਾਤਮਾ, ਕੋਈ ਰਾਜਾ ਮਹਾਰਾਜਾ ਦੁਨੀਆ ਨੂੰ ਇਹ ਕਹਿ ਕੇ ਨਹੀਂ ਗਿਆ ਕਿ ਮੈਂ ਦੁਬਾਰਾ ਆਵਾਂਗਾ। ਕਿਉਂ ਨਹੀਂ ਕਹਿੰਦੇ? ਪਤਾ ਹੁੰਦਿਆਂ ਹੋਇਆਂ ਵੀ ਨਹੀਂ ਕਹਿਣਗੇ। ਕਿਉਂ ਨਹੀਂ ਕਹਿਣਗੇ? ਉਹ ਪਰਮੇਸ਼ਰ ਦੀ ਰਜ਼ਾ ਵਿੱਚ ਨੇ। ਪਤਾ ਨਹੀਂ ਉਹ ਘੱਲੇ ਕਿ ਨਾ ਘੱਲੇ, ਝੂਠੇ ਨਾ ਹੋ ਜਾਈਏ, ਮਾਲਕ ਦੇ ਦਰਬਾਰ ਜਾ ਕੇ ਝੂਠੇ ਨਾ ਪੈ ਜਾਈਏ। ਇਸ ਵਾਸਤੇ ਦੁਨੀਆ ਨੂੰ ਜਾਣਦੇ ਹੋਏ ਵੀ ਨਹੀਂ ਕਹਿਣਗੇ ਕਿ ਅਸੀਂ ਦੁਬਾਰਾ ਆਵਾਂਗੇ ਜਾਂ ਨਾ ਆਵਾਂਗੇ। ਇਹ ਮਾਲਕ ਦੀ ਮੌਜ ਆ, ਘੱਲੇ ਜਾਂ ਨਾ ਘੱਲੇ। ਹਾਂਜੀ। ਕੌਣ ਜਗ੍ਹਾ ਤੋਂ ਆਇਆ ਕਰ ਕਿਹੜੇ ਜਾਵੇ, ਕੌਣ ਜਗ੍ਹਾ ਤੋਂ ਆਇਆ ਕਰ ਕਿਹੜੇ ਜਾਵੇ। ਅੱਜ ਅਸੀਂ ਸੰਸਾਰ ਵਿੱਚ ਵਿਚਰ ਰਹੇ ਹਾਂ। ਇੱਥੇ ਸਾਡਾ ਧੀਆਂ ਪੁੱਤਰਾਂ ਵੱਲ ਧਿਆਨ ਹੈ, ਆਪਣੇ ਘਰ-ਬਾਰ ਵੱਲ ਧਿਆਨ ਹੈ, ਰਿਸ਼ਤੇਦਾਰਾਂ ਭੈਣਾਂ ਭਰਾਵਾਂ ਨਾਲ ਮੇਲ ਮਿਲਾਪ ਧਿਆਨ ਹੈ, ਹੋਣਾ ਵੀ ਚਾਹੀਦਾ। ਪਰ ਨਾ ਸਾਨੂੰ ਪਤਾ ਹੈ ਕਿ ਪਿੱਛੋਂ ਕਿਸ ਘਰ ਤੋਂ ਇਸ ਦੁਨੀਆ 'ਚ ਆਏ ਹਾਂ, ਨਾ ਪਤਾ ਹੈ ਕਿ ਕਿਸ ਘਰ ਵਿੱਚ ਅਸਾਂ ਪਹੁੰਚਣਾ ਹੈ, ਜਾਣਾ ਹੈ। ਦੁਨੀਆ ਛੱਡਣ ਤੋਂ ਬਾਅਦ ਕਿਸ ਘਰ ਜਾਣਾ ਹੈ, ਇਸੇ ਨੂੰ ਭਵ ਸਾਗਰ ਕਿਹਾ ਜਾਂਦਾ। ਨਾ ਪਤਾ ਅਗਲੇ ਘਰ ਦਾ, ਨਾ ਪਿਛਲੇ। ਰਾਹੀ ਮੁਸਾਫਰ ਨੂੰ ਪੁੱਛੋ ਤੂੰ ਕਿੱਥੋਂ ਤੁਰਿਆ, ਕਿਸ ਪਿੰਡ ਜਾਣਾ, ਕਿਸ ਸ਼ਹਿਰ ਜਾਣਾ, ਤਾਂ ਉਹ ਕਹੂਗਾ ਫਲਾਣੇ ਪਿੰਡ ਜਾਂ ਫਲਾਣੇ ਸ਼ਹਿਰ ਜਾਣਾ, ਉੱਥੋਂ ਦੀ ਟਿਕਟ ਲਵੇਗਾ। ਪਰ ਸਾਨੂੰ ਇਹ ਪਤਾ ਕਿਸੇ ਪੁਰਸ਼ ਨੂੰ ਨਹੀਂ ਭਈ ਅਸੀਂ ਪਿੱਛੋਂ ਕਿੱਥੋਂ ਆਏ ਹਾਂ ਤੇ ਕਿੱਥੇ ਅਸੀਂ ਪਹੁੰਚਣਾ ਹੈ, ਇਸ ਗੱਲ ਦਾ ਪਤਾ ਨਹੀਂ। ਬਾਕੀ ਗੁਰੂ ਪਿਆਰੀ ਸਾਧ ਸੰਗਤ ਜੀਓ, ਨਾਮ ਰੂਪੀ ਟਿਕਟ ਦੀ ਬਹੁਤ ਜ਼ਰੂਰੀ ਹੈ। ਹਾਂਜੀ। ਦੁਨੀਆ ਤੇਰਾ ਬਾਗ ਹੈ, ਤੂੰ ਹੈ ਆਪੇ ਲਾਇਆ, ਦੁਨੀਆ ਤੇਰਾ
तेरा बाग है, तू है आपे लाया। हे सच्चा परिपूर्ण परमात्मा, कट कट के अंतर्जामी सच्चा पातशाह, ये दुनिया ये संसार आप जी का लाया होया बाग, आप ही आप जी ने लगाया है। ਇਹਦੇ ਵਿੱਚ ਤੂੰ अनेक प्रकार ਦੇ, जिस तरह माली ये संसार आप जी का लाया होया बाग, आप ही आप जी ने लगाया है। ਇਹਦੇ ਵਿੱਚ ਤੂੰ अनेक प्रकार ਦੇ, जिस तरह माली फुलवाड़ी लगाउंदा है, उस फुलवाड़ी ਦੇ अंदर अनेक प्रकार ਦੇ फुल ਹੁੰਦੇ ਨੇ। ਉਹਨਾਂ ਫੁੱਲਾਂ ਨੂੰ ਰੰਗ ਬਰੰਗਿਆਂ ਦੇਖ ਕੇ ਖੁਸ਼ ਹੋਈਦਾ ਹੈ, ਪਰ ਕਈ ਵਾਰ ਇੱਕੋ ਹੀ ਫੁੱਲ, ਇੱਕੋ ਹੀ ਬੂਟੇ ਦਾ ਇੱਕ ਫੁੱਲ ਹੁੰਦਿਆਂ ਹੋਇਆਂ ਉਸ ਫੁੱਲ ਵਿੱਚ ਧਿਆਨ ਮਾਰੀਏ ਤਾਂ ਇੱਕ ਫੁੱਲ ਵਿੱਚ ਕਈ ਕਈ ਰੰਗ ਮਾਲਕ ਨੇ ਭਰੇ ਹੁੰਦੇ ਨੇ, ਇੱਕ ਇੱਕ ਪੱਤੇ ਵਿੱਚ ਕਈ ਕਈ ਰੰਗ ਭਰੇ ਹੁੰਦੇ ਨੇ। ਤੇ ਉਸ ਵਕਤ ਕੁਦਰਤ ਵੱਲ ਧਿਆਨ ਜਾਂਦਾ ਹੈ, हे सच्चा पातशाह, तू ये बूटा एको ही है, पर इस दे पत्ते विच तू इन्ने रंग भरे हुए ने, पता नहीं कित्थे मशीन वक्खो वक्खी ला रखी है। इस फुल दियां पत्तियां दे अलग अलग रंग भरे हुए नहीं, इस बूटे दे अंदर वारो केड़ी फैक्ट्री तू लगा रखी है। ये तेरी लीला तू ही जानना सच्चा पातशाह। इस वास्ते ये संसार जिहड़ा है ये मेरे मालक का लाया होया बाग है। ये मालक तू ही ये बाग लगा रखिया है। हाँ जी। कीड़ी तो हाथी जानवर, तू है रिज़्क पहुँचाया। कीड़ी तो हाथी जानवर, तू है रिज़्क पहुँचाया। मालका ये तेरी ही समर्था है, भाई कीड़ी तो लैके कक्की कीड़ी बहुत छोटा जानवर है, बहुत छोटा जानवर है कीड़ी। कीड़ी तो लैके हाथी वर्गे वड्डे जानवर तक रिज़्क पहुँचाउणा, खुराक पहुँचाउणी, ये तेरी लीला है, ये तेरी महिमा है। मालका सानू तो अपना अपना फिक्र है, तेरे हाथ विच डोर है। कीड़ी तो लैके तू हाथी तक सब नू जैसी जैसी तू खुराक थाप रखी है उन्होंने पहुँचा रहे हैं। गुरबाणी दे अंदर गुरु रविदास जी महाराज इस कक्की कीड़ी दे मतलब लिखते ने कि चीटी के संबल नहीं चाले तेरा जोर, नाम बिना भगवान के लाख मचावे छोर। देखो किड्डी वड्डी मिसाल दे रहे ने। कहते ने कि सतवें कमरे विच अंदर तुसी घिओ दा भांडा रखो, कक्की कीड़ी बाहर होवेगी, इथों वो अपनी सुरत नाल जान जाती है कि घिओ वाला भांडा बर्तन फलाने थां रखिया है। उस दी वाशना दे मगर 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 उस भांडे तक पहुंच जाती है। कीड़ी पहुंच जाती है। ते गुरु रविदास जी कहते हैं इंसाना वो परमात्मा तेरे विच वसदा है, परमात्मा तेरे विच वसदा है, रहिंदा है, पर तू इंसान हुंदियां होया सबना जूना तो उपर दा दर्जा लेंदियां होया तेरे विच ते कीड़ी जिन्नी भी ताकत पावर नहीं। तू अंदरों अपने मालक नूं नहीं मिल सकिया, अपने मालक नूं नहीं ढूंढ सकिया, अपने मालक दा दर्शन नहीं कर सकिया। कीड़ी जिन्नी भी तेरे च पावर नहीं। कीड़ी उस भांडे कोल पहुंच गई है, पर तेरे को मालक के चरणों तक नहीं पहुंचा गया, नहीं जा सकिया। चीटी कहती ने कीड़ी नूं, चीटी के संभाल नहीं चाले तेरा जोर, नाम बिना भगवान के लाख मचावे शोर। सो इस वास्ते गुरु प्यारी साध संगत जीओ, हाँ जी, भेजे अपने नूर तो
ਗੁਰ ਸੰਗਤ ਮੇਲ ਭੇਜੇ ਆਪਣੇ ਨੂਰ ਤੋਂ ਗੁਰ ਸੰਗਤ ਮੇਲ। ਸੱਚਾ ਪਾਤਸ਼ਾਹ ਆਪਣੇ ਨੂਰ ਵਿੱਚੋਂ ਦੁਨੀਆ ਸਾਜੀ ਆ, ਪਰ ਕਈਆਂ ਰੂਹਾਂ ਉੱਤੇ ਤੂੰ ਅਪਾਰਕ ਬਖਸ਼ਿਸ਼ ਕਰਨਾ, ਕਿਰਪਾ ਕਰਨਾ, ਉਹਨਾਂ ਨੂੰ ਆਪ ਕਿਸੇ ਨਾ ਕਿਸੇ ਮਾਨਸ ਸਰੀਰ ਵਿੱਚ ਬਹਿ ਕੇ ਦੇ ਆਪਣਾ ਨਾਮ ਦੇਂਦਾ ਹੈ, ਆਪਣਾ ਨਾਮ ਬਖਸ਼ਦਾ ਹੈ, ਉਹਨਾਂ ਉੱਤੇ ਪਰਉਪਕਾਰ ਕਰਦਾ ਹੈ, ਮਿਹਰ ਕਰਦਾ ਹੈ। ਫਿਰ ਉਹਨਾਂ ਨੂੰ ਸਾਧ ਸੰਗਤ ਬਖਸ਼ਣਾ ਹੈ, ਗੁਰਮੁਖਾਂ ਦੀ ਸੰਗਤ ਬਖਸ਼ਣਾ ਹੈ, ਸੇਵਾ ਕਰਨ ਦਾ ਮੌਕਾ ਬਖਸ਼ਣਾ ਹੈ। ਨਹੀਂ ਕਿ ਹਰ ਇਨਸਾਨ ਸੇਵਾ ਨਹੀਂ ਕਰ ਸਕਦਾ। ਦੇਖੋ ਜਿੱਥੇ ਬੈਠੇ ਆ, ਅਗਲੇ ਦਿਨ ਸ੍ਰੀ ਧਰਮਪਾਲ ਜੀ ਹੋਰਾਂ ਨੇ ਬੜਾ ਜ਼ੋਰ ਪਾ ਕੇ ਟਾਈਮ ਲੈ ਕੇ ਸਾਧ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਏ। ਸ੍ਰੀ ਰਾਮ ਲਾਲ ਜੀ ਹੋਰੀ ਹੁਣ ਵਿਚਾਰ ਕਰੋ 2 ਮਿੰਟ ਵਾਸਤੇ ਵੀ ਇਹਨਾਂ ਦਾ ਕੋਈ ਲਟਕੀ ਦਾ ਕਾਰਜ ਨਹੀਂ, ਲਟਕੇ ਦਾ ਕਾਰਜ ਨਹੀਂ, ਹੋਰ ਕੋਈ ਇਹਨਾਂ ਨੂੰ ਇਹਦੇ ਵਿੱਚ ਐਸਾ ਨਹੀਂ ਵੀ ਜੋ ਕਿਤੇ ਨਾ ਸਿਰਫ ਕੇਵਲ ਸਾਧ ਸੰਗਤ ਦੇ ਚਰਨਾਂ ਦੀ ਸੇਵਾ ਵਾਸਤੇ, ਸਾਧ ਸੰਗਤ ਦੇ ਦਰਸ਼ਨਾਂ ਵਾਸਤੇ, ਸਾਧ ਸੰਗਤ ਦੇ ਚਰਨ ਆਪਣੇ ਘਰ 'ਚ ਪ੍ਰਵੇਸ਼ ਕਰਵਾਉਣ ਵਾਸਤੇ, ਸੇਵਾ ਵਾਸਤੇ ਹਾਜ਼ਰ ਹਨ। ਤੇ ਵਿਆਹ ਦੀ ਤਰ੍ਹਾਂ ਹਰ ਤਰ੍ਹਾਂ ਦੇ ਨਾਲ ਸੇਵਾ ਵਿੱਚ ਹਾਜ਼ਰ ਨੇ। ਹੋਰ ਵੀ ਜਿੱਥੇ ਜਿੱਥੇ ਭੰਡਾਰੇ ਹੁੰਦੇ ਨੇ ਉਹ ਸਿਰਫ ਇਸੇ ਖਾਸ ਵਾਸਤੇ ਹੁੰਦੀ ਹੈ ਵੀ ਸਾਨੂੰ ਸੱਚਾ ਪਾਤਸ਼ਾਹ ਨਾਮ ਲੇਵਾ ਰੂਹਾਂ ਦੇ ਦਰਸ਼ਨ ਹੋਣ, ਨਾਮ ਲੇਵਾ ਰੂਹਾਂ ਦਾ ਦੀਦਾਰ ਹੋਵੇ। ਸੋ ਇਹ ਗੁਰਮੁਖਾਂ ਨੂੰ ਇਹੋ ਜਿਹੀਆਂ ਸੰਗਤਾਂ ਮਾਲਕ ਜਿਨ੍ਹਾਂ ਉੱਤੇ ਖੁਸ਼ ਹੁੰਦਾ ਹੈ, ਉਹਨਾਂ ਨੂੰ ਬਖਸ਼ਿਸ਼ ਕਰਦਾ ਹੈ, ਉਹਨਾਂ ਦੇ ਪੱਲੇ ਇਹ ਰੁਤਬਾ ਪਾਉਂਦਾ ਹੈ, ਵਰਨਾ ਹਰ ਇਨਸਾਨ ਦੇ ਪੱਲੇ ਇਹ ਨਹੀਂ ਪੈਂਦਾ। ਹਾਂਜੀ, ਆਪੇ ਗੁਰਮੁਖ ਸਤਿਗੁਰ ਆਪੇ ਰਚਾਇਓ ਖੇਲ, ਆਪੇ ਗੁਰਮੁਖ ਸਤਿਗੁਰ ਆਪੇ ਰਚਾਇਓ ਖੇਲ। ਆਪੇ ਹੀ ਗੁਰੂ ਮਹਾਰਾਜ, ਗੁਰਮੁਖ ਵੀ ਆਪੇ ਹੈ, ਸਤਿਗੁਰ ਵੀ ਆਪੇ ਹੈ। ਕਿਉਂ? ਇਹ ਤੇ ਸਿਰਫ ਇੱਕ ਸਤਿਕਾਰ ਆਦਰ ਦੇ ਮੁਤਾਬਕ ਹੈ। ਗੁਰਮੁਖ ਵੀ ਸਤਿਗੁਰ ਹੈ, ਸਤਿਗੁਰ ਹੀ ਗੁਰਮੁਖ ਹੈ। ਕਿਸ ਵਾਸਤੇ? ਕਿਉਂਕਿ ਗੁਰੂ ਚਿੱਤ ਤੇ ਚਿੱਤ ਦਾ ਚਿੱਤ ਚੇਲਾ, ਚਿੱਤ ਚਿੱਤ ਨੂੰ ਸਬਕ ਪੜ੍ਹਾਉਂਦਾ। ਗੁਰੂ ਚਿੱਤ ਤੇ ਚਿੱਤ ਦਾ ਚਿੱਤ ਚੇਲਾ, ਚਿੱਤ ਚਿੱਤ ਨੂੰ ਸਬਕ ਪੜ੍ਹਾਉਂਦਾ ਏ। ਇਹੋ ਚਿੱਤ ਬਿਨ ਪੁੱਛਿਆ ਦੌੜ ਜਾਂਦਾ, ਚਿੱਤ ਚਿੱਤ ਨੂੰ ਮੋੜ ਲਿਆਉਂਦਾ ਏ। ਚਿੱਤ ਆਪਣੀ ਵਸਤ ਗਵਾ ਦਿੰਦਾ, ਚਿੱਤ ਸਰਪ ਨੂੰ ਯਾਰ ਬਣਾਉਂਦਾ ਏ। ਇਸ ਚਿੱਤ ਨੂੰ ਬੰਦਿਆ ਬਸ ਕਰ ਲੈ, ਨਹੀਂ ਤਾਂ ਬੜੀਆਂ ਮੁਸੀਬਤਾਂ ਪਾਉਂਦਾ ਏ। ਸੋ ਅਸਲ ਵਿੱਚ ਗੱਲ ਸਮਝ ਲੈਣ ਵਾਲੀ ਹੈ। ਆਪੇ ਹੀ ਇਹ ਗੁਰੂ ਹੈ ਤੇ ਆਪੇ ਹੀ ਇਹ ਚੇਲਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸੇ ਕਰਕੇ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਿਹਾ ਹੈ। ਇਸੇ ਕਰਕੇ ਕਿਹਾ ਹੈ ਗੁਰਮੁਖ ਹੀ ਗੁਰੂ ਹੈ, ਗੁਰੂ ਹੀ ਗੁਰਮੁਖ ਹੈ, ਸਾਧ ਸੰਗਤ ਗੁਰੂ ਹੈ। ਦੂਸਰੇ ਸਾਡੇ ਤੁਹਾਡੇ ਸਰੀਰ ਵਿੱਚ ਕੀ ਫਰਕ ਹੈ? ਇੱਕੋ ਹੀ ਸਰੀਰ ਹੈ, ਇੱਕੋ ਜਿਹਾ ਫਰਕ ਹੈ। ਕੋਈ ਨਾਮ ਜਪਣ ਦੇ ਨਾਲ ਸ਼ਬਦ ਗੁਰੂ ਹੈ, ਸਰੀਰ ਗੁਰੂ ਨਹੀਂ, ਸ਼ਬਦ ਗੁਰੂ ਹੈ, ਨਾਮ ਗੁਰੂ ਹੈ। ਹਾਂਜੀ, ਆਪੇ ਸੇਵਾ ਬਖਸ਼ਦਾ ਜ਼ਿਲ੍ਹਾ ਪਾਗ ਬਣਾਵੇ, ਆਪੇ ਸੇਵਾ ਬਖਸ਼ਦਾ ਜ਼ਿਲ੍ਹਾ ਪਾਗ ਬਣਾਵੇ। ਤੋ ਮਾਲਕ ਜਿਨ੍ਹਾਂ ਉੱਤੇ ਖੁਸ਼ ਹੁੰਦਾ ਹੈ, ਜਿਸ ਪਰਿਵਾਰ ਉੱਤੇ ਖੁਸ਼ ਹੁੰਦਾ ਹੈ, ਉਹਨਾਂ ਨੂੰ ਗੁਰਮੁਖਾਂ ਦੀ ਸੇਵਾ ਬਖਸ਼ਦਾ ਹੈ। ਜਿਹੜੇ ਗੁਰਮੁਖਾਂ ਦੀ ਸੇਵਾ ਵਿੱਚ ਨਹੀਂ ਗੁਜ਼ਰਦੇ, ਹੋਰ ਕਈ ਪ੍ਰਕਾਰ ਦੀਆਂ ਚੱਟੀਆਂ ਭਰ ਜਾਂਦੇ ਹਨ, ਕਈ ਪ੍ਰਕਾਰ ਦੀਆਂ ਚੱਟੀਆਂ ਭਰਨੀਆਂ ਪੈ ਜਾਂਦੀਆਂ ਹਨ, ਅਜਾਇਆ ਮਾਇਆ ਹੋ ਜਾਂਦੀ ਹੈ, ਉਹ ਕਿਸੇ ਕੰਮ ਨਹੀਂ ਆਉਂਦੀ, ਬੇਫਾਇਦ ਚਲੇ ਜਾਂਦੀ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਲਿਖਦੇ ਨੇ, ਬੱਦਾ ਚੱਟੀ ਜੋ ਭਰੇ, ਨਾ ਗੁਣ ਨਾ ਅਪਕਾਰ, ਛੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਰਾਸ। ਇੰਦੀ ਨੇ ਜਿਹੜਾ ਬੱਧੇ ਹੋਏ ਚੱਟੀ ਭਰਨੀ ਹੈ, ਉਹ ਨਾ ਕਿਸੇ ਗੁਣ ਆਈ, ਨਾ ਕੋਈ ਪਰਉਪਕਾਰ ਹੀ ਹੋ ਸਕਿਆ, ਪਰ ਛੇਤੀ ਖੁਸ਼ੀ ਸਵਾਰੀਏ ਨਾਨਕ ਕਾਰਜ ਰਾਸ। ਜੋ ਖੁਸ਼ੀਆਂ ਨਾਲ ਖਿੜੇ ਮੱਥੇ ਸਾਧ ਸੰਗਤ ਦੀ ਸੇਵਾ ਵਿੱਚ ਗੁਜ਼ਰਦੇ ਨੇ, ਉਹ ਵੱਡਿਆਂ ਭਾਗਾਂ ਵਾਲੇ ਨੇ।
ਉਹਨਾਂ ਨੂੰ ਮਾਲਕ ਖੁਸ਼ ਹੋ ਕੇ ਉਹਨਾਂ ਤੇ ਬਖਸ਼ਿਸ਼ ਕਰਦਾ ਹੈ। ਹਾਂਜੀ। ਸੁਖ ਮਨ ਪ੍ਰਗਟ ਹੋ ਕੇ ਤਾਉ ਚਰਨੀ ਲਾਵੇ, ਸੁਖ ਮਨ ਪ੍ਰਗਟ ਹੋ ਕੇ ਤਾਉ ਚਰਨੀ ਲਾਵੇ। ਅਗਰ ਇਸ ਸਾਧ ਸੰਗਤ ਦੀ ਸੇਵਾ ਦਾ ਫਲ ਜਾਣਨਾ ਹੈ, ਫਿਰ ਗੁਰਮੁਖ ਅਭਿਆਸ ਕਰੇ। ਅਭਿਆਸ ਕਰਕੇ तो अपने अंदर सुखमन मजल विच चल के सुखमयी हो करके 9 दरवाजे बंद करके 10वां अंदर दा खोल के दरवाजा गुरु महाराज प्रगट हुंदे हन। फिर इसनूं अपनी कंठ लगा लैंदे हन। अच्छा, कुदरत तेरी बेअंत है अंत नहीं, कुदरत तेरी बेअंत है अंत नहीं। फिर गुरमुख नूं पता लगता है कि मेरे इस छोटे जे वजूद दे अंदर वार इतना बड़ा विस्तार है। फिर कहंदा कि मालका तेरी कुदरत बेअंत है, बेअंत है, बेअंत है। इस शरीर विच ही खंड ब्रह्मंड छिपा रखे हैं। जदों रूह अंदरों खंडा ब्रह्मंडा दे उपर चढ़ती है तो इसनूं पता लगता है कि मैं तो एक चंद सूरज देखिया सी भी इत्थे तो अनेक ही चंद सूरज चढ़े हुए हैं। हर मंडल दे विच वखरे वखरे चंद सूरज, वखरियां वखरा प्रकाश है, पर है उस शरीर दे अंदर ही, बाहर नहीं। तो उहदी कुदरत वल्लों हैरान हुंदा है। हाँ जी, तुल तेरे को दातया है बेअंत नहीं, तुल तेरे को दातया है बेअंत नहीं। तो बेनती है सच्चा पातशाह है अकाल पुरख, असी तेनू छड्ड के होरना दे मगर तां लगीए, होरना दी बंदगी तां करिए, होरना चीज़ां नूं तां मन्नीए जे कोई तेरे बराबर दा होए, तेरा कोई शरीक भरा होवे, तेरे बराबर दी कोई पावर ताकत होवे, तां तेनू छड्ड के असीं उस दे मगर होईए। जब तेरी पावर ताकत दा कोई होर है ही नहीं, कोई है ही नहीं। हजरत मुहम्मद साहब नूं एक बार उहदी उम्मत ने पूछया कि दसो जी, जिस खुदा बारे तुसी प्रचार करते हो वो खुदा किहो जिहा है ते किड्डा क वड्डा है ते कित्थे रहिंदा है। तां उन्हां अरबी विच फरमान कीता, ए जासा इलाका ए बांदी अनीफा इनी करीबन, कहंदी शाहरग तो नज़दीक रहिंदा है, शाहरग तो बिल्कुल नज़दीक है। पर जे पुछो किड्डा क वड्डा है तो यदा मैनू भी पता नहीं, पर इन्ना क पता मैनू मेरी सुरत जीड़ी है कैच किया कि 7 आकाश ने ते 7 पतालों तक मेरी रूह ने अंदर सैर किया है। 7 आकाश ते 7 पताल तक मैं जानदा हाँ, उहदी कुदरत का फिर कोई पता नहीं। साहिब गुरु नानक जी दी जदों संगत ने पूछया तो उन्हें फरमान किया, लख आकाशा आकाश पताला पताल ओरक पाल थके वेद कहन एक बात, लखा ही आकाश है लखा ही पताल है, इदों परां दा मैनू भी कोई पता नहीं। सो इस वास्ते गुरु प्यारी साध संगत इन्ना वड्डा विस्तार हर आदमी दी इस शरीर रूप दे अंदर जो साडी खोपरी है इस दे अंदर है। फिर जे असीं उस अंदर इस दे अंदर जाइए फिर भेद खुलदा है, तो फिर साडे अंदरों सच की आवाज़ उतरेगी, सच की आवाज़ निकलेगी कि तू बेअंत है, बेअंत है, बेअंत है, तेरा अंत नहीं। सतगुर का भेत भी उत्थे ही जाके लगता है कि सतगुर कहेंगे किनू ने, सतगुर है की है, सतगुर की पावर कित्थे तक है। हाँ जी, जिथे करा बेनती है औगण बख्शावा, जिथे करा बेनती है औगण बख्शावा। सच्चा पातशाह जीओ
तेरे दर तो सिवाए कोई तेरे मुकाबले का दर नहीं, जिथे बेनतियां करके असी अपने गुनाह बख्शाइए, अपनियां भुलां बख्शाइए। हाँ जी। बख्शी बख्शी दातिया तेरे चरने आवा, बख्शी बख्शी दातिया तेरे चरने आवा। हे गुरु महाराज सच्चा पातशाह बख्श लई, बख्श लई, बख्श लई। अवगुण गुनाह बख्श करके अपने चरणों विच निवास बख्शो, मैं तेरे चरणों विच हाजिर हो सका। हाँ जी। बंदगी सेवा बख्शो जिन्ना चिर है लोके, बंदगी सेवा बख्शो जिन्ना चिर है लोके। सच्चा पातशाह यही बेनती है, जिन्ना चिर तू इस लोक विच रखना है उन्ना चिर अपनी बंदगी नाम जपन की समर्था बख्श ते सेवा बख्श। जिन्ना चिर इस लोक विच रखना ही, ये दो दान मेरी झोली विच पा दे सच्चा पातशाह। हाँ जी। सत सत स्वरूप गुर बख्शो चरने पर लोके। सत स्वरूप सतगुर सच्चे पातशाह जी परलोक विच अपने चरणों का निवास बख्शी, किते इधर उधर खज्जल ते खवार ना रू होवे। हाँ जी। सतगुर होके पातशाह रास्ता मोहे दीना, सतगुर होके पातशाह रास्ता मोहे दीना। सच्चा पातशाह अकाल पुरख कट कट के अंतरजामी परिपूर्ण परमात्मा आप जी ने एक मानस के रूप विच होके, मानस के रूप विच आके अपना रस्ता मिलन दा अपना नाम बख्शीश किया है। सच्चा पातशाह आपने महान कृपा की है। हाँ जी। चल नहीं सकिया रह गया है मन कमीना, चल नहीं सकिया रह गया है मन कमीना। सच्चा पातशाह आप जी ने महान कृपा करके एक मानस के रूप विच हो करके रस्ता बख्शिया, अपना अमर अखंड नाम बख्शिया। मैं उस रस्ते ते पूरा चल नहीं सकिया, मेरा मन कमीना है, कम अकल है, दोषां दा भरिया होया है। बख्शी बख्शी बख्शी। गुरबानी जग संत रचायो, गुरबानी जग है संत रचायो। सच्चा पातशाह आप जी दे संत महापुरुष गुरु पीर अवतार दुनिया में आए, जिन्हां ने जिन्हां दे रस्ते आप जी ने गुरबाणी भेजी, जिन्हां दे रस्ते महान वाक भेजे, उन्हां वाकां तो सिक्ख्या लैन दा बल बख्शो। हाँ जी। विद्वाना पढ़ पढ़ है अर्थ सुनायो, विद्वाना पढ़ पढ़ है अर्थ सुनायो। सच्चा पातशाह आप जी दी भेजी हुई बाणी, तुर धाम तो भेजी हुई बाणी, उस दे अर्थ पढ़ पढ़ के विद्वाना ने मारे बथेरी पैंदी पत है लैंदी जापे, मारे बथेरी पैंदी पत है लैंदी जापे। सच्चा पातशाह जदों महान वाकां तो सानू मार पैंदी है, बहुत मार पैंदी है, उस वेले पछतावा करना पैंदा है कि केड़ी इज्जत लैके, केड़ा मुख लैके, केड़ी सच्चाई लैके, केड़ी बंदगी लैके, केड़ी सेवा लैके सच्चा पातशाह तेरे दरबार हाजिर होवांगे। हाँ जी। औगणहारा बख्शो कर कृपाया पे, औगणहारा बख्शो कर कृपाया पे। आखिरी यो ही बेनती है सच्चा पातशाह, असी औगणहारे हाँ, कृपा करके बख्शियो 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 बख्शियो। बोल गुरु महाराज।
ਬੱਚਿਆਂ ਦੀਆਂ ਰੀਤਾਂ ਕਰਨੀਆਂ, ਜਠੇਰਿਆਂ ਦੀਆਂ ਰੀਤਾਂ ਜਾਣਦੇ ਕਰਦੇ ਹਾਂ, ਜਗ੍ਹਾ ਜਗਾਤਰਾਂ ਦੀਆਂ ਰੀਤਾਂ ਕਰਦੇ ਹਾਂ। ਆਓ ਰੀਤਾਂ ਨਾਲ ਪਰੀਤਾਂ ਲਾਈਆਂ, 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 ਰੀਤਾਂ ਨਾਲ ਪਰੀਤਾਂ ਲਾਈਆਂ। ਬਣ ਬਣ ਰੀਤਾਂ ਦੇ ਪੁਜਾਰੀ, ਬਣ ਬਣ ਰੀਤਾਂ ਦੇ ਪੁਜਾਰੀ, ਬਣ ਬਣ ਰੀਤਾਂ ਦੇ ਪੁਜਾਰੀ, ਬਣ ਬਣ ਰੀਤਾਂ ਦੇ ਪੁਜਾਰੀ। ਬੰਦਗੀ ਮਾਲਕ ਦੀ ਵਸਾਰੀ, ਬੰਦਗੀ ਮਾਲਕ ਦੀ ਵਸਾਰੀ, ਬੰਦਗੀ ਮਾਲਕ ਦੀ ਵਸਾਰੀ, ਬੰਦਗੀ ਮਾਲਕ ਦੀ ਵਸਾਰੀ। ਰੀਤਾਂ ਕੰਮ ਨ ਕਿਧਰੇ ਆਈਆਂ, ਰੀਤਾਂ ਕੰਮ ਨ ਕਿਧਰੇ ਆਈਆਂ, ਰੀਤਾਂ ਕੰਮ ਨ ਕਿਧਰੇ ਆਈਆਂ, ਰੀਤਾਂ ਕੰਮ ਨ ਕਿਧਰੇ ਆਈਆਂ। ਰੀਤਾਂ ਨਾਲ ਪਰੀਤਾਂ ਲਾਈਆਂ, ਰੀਤਾਂ ਨਾਲ ਪਰੀਤਾਂ ਲਾਈਆਂ, ਰੀਤਾਂ ਨਾਲ ਪਰੀਤਾਂ ਲਾਈਆਂ, ਰੀਤਾਂ ਨਾਲ ਪਰੀਤਾਂ ਲਾਈਆਂ। ਥੱਕ ਗਏ ਵਹਿਮਾਂ ਵਿੱਚ ਦੌੜੇ, ਥੱਕ ਗਏ ਵਹਿਮਾਂ ਵਿੱਚ ਦੌੜੇ, ਥੱਕ ਗਏ ਵਹਿਮਾਂ ਵਿੱਚ ਦੌੜੇ, ਥੱਕ ਗਏ ਵਹਿਮਾਂ ਵਿੱਚ ਦੌੜੇ। ਆਖਰ ਵਹਿਮ ਹੋਏ ਸਭ ਕੌੜੇ, ਆਖਰ ਵਹਿਮ ਹੋਏ ਸਭ ਕੌੜੇ, ਆਖਰ ਵਹਿਮ ਹੋਏ ਸਭ ਕੌੜੇ, ਆਖਰ ਵਹਿਮ ਹੋਏ ਸਭ ਕੌੜੇ। ਅੰਧ ਵਿਸ਼ਵਾਸੀ ਨਾਲ ਵਧਾਈਆਂ, ਅੰਧ ਵਿਸ਼ਵਾਸੀ ਨਾਲ ਵਧਾਈਆਂ, ਅੰਧ ਵਿਸ਼ਵਾਸੀ ਨਾਲ ਵਧਾਈਆਂ, ਅੰਧ ਵਿਸ਼ਵਾਸੀ ਨਾਲ ਵਧਾਈਆਂ। ਰੀਤਾਂ ਨਾਲ ਪਰੀਤਾਂ ਲਾਈਆਂ, ਰੀਤਾਂ ਨਾਲ ਪਰੀਤਾਂ ਲਾਈਆਂ, ਰੀਤਾਂ ਨਾਲ ਪਰੀਤਾਂ ਲਾਈਆਂ, ਰੀਤਾਂ ਨਾਲ ਪਰੀਤਾਂ ਲਾਈਆਂ। ਵੱਖੋ ਵੱਖਰੇ ਲੋਕ ਮਨਾਉਂਦੇ, ਵੱਖੋ ਵੱਖਰੇ ਲੋਕ ਮਨਾਉਂਦੇ, ਵੱਖੋ ਵੱਖਰੇ ਲੋਕ ਮਨਾਉਂਦੇ, ਵੱਖੋ ਵੱਖਰੇ ਲੋਕ ਮਨਾਉਂਦੇ। ਨਹੀਂ ਜੀ ਇੱਕ ਦੂਜੇ ਨੂੰ ਪਾਉਂਦੇ, ਨਹੀਂ ਜੀ ਇੱਕ ਦੂਜੇ ਨੂੰ ਪਾਉਂਦੇ, ਨਹੀਂ ਜੇ ਇੱਕ ਦੂਜੇ ਨੂੰ ਪਾਉਂਦੇ, ਨਹੀਂ ਜੇ ਇੱਕ ਦੂਜੇ ਨੂੰ ਪਾਉਂਦੇ। ਭਾਵੇਂ ਇੱਕੋ ਮਾਂ ਦੀਆਂ ਜਾਈਆਂ, ਭਾਵੇਂ ਇੱਕੋ ਮਾਂ ਦੀਆਂ ਜਾਈਆਂ, ਭਾਵੇਂ ਇੱਕੋ ਮਾਂ ਦੀਆਂ ਜਾਈਆਂ, ਭਾਵੇਂ ਇੱਕੋ ਮਾਂ ਦੀਆਂ ਜਾਈਆਂ। ਇੱਕੋ ਦੋ ਸਕੀਆਂ ਭੈਣਾਂ ਹੁੰਦੀਆਂ, ਤਰੇ ਭੈਣਾਂ ਹੁੰਦੀਆਂ, ਇੱਕ ਕਿਸੇ ਗੋਤ ਵਿੱਚ, ਇੱਕ ਕਿਸੇ ਗੋਤ, ਉਹ ਆਪਣੇ ਗੋਤ ਦੇ ਮਨਾਉਂਦੀ, ਉਹ ਆਪਣੇ ਗੋਤ ਦੀਆਂ ਰੀਤਾਂ ਮਨਾਈ ਜਾਂਦੀ। ਭਾਵੇਂ ਇੱਕੋ ਮਾਂ ਦੀਆਂ ਜਾਈਆਂ, ਭਾਵੇਂ ਇੱਕੋ ਮਾਂ ਦੀਆਂ ਜਾਈਆਂ, ਭਾਵੇਂ ਇੱਕੋ ਮਾਂ ਦੀਆਂ ਜਾਈਆਂ, ਭਾਵੇਂ ਇੱਕੋ ਮਾਂ ਦੀਆਂ ਜਾਈਆਂ। ਰੀਤਾਂ ਨਾਲ ਪਰੀਤਾਂ ਲਾਈਆਂ, ਰੀਤਾਂ ਨਾਲ ਪਰੀਤਾਂ ਲਾਈਆਂ, ਰੀਤਾਂ ਨਾਲ ਪਰੀਤਾਂ ਲਾਈਆਂ, ਰੀਤਾਂ ਨਾਲ ਪਰੀਤਾਂ ਲਾਈਆਂ। ਕਈ ਬਲੀਆਂ ਗੋਤ ਚੜਾਉਂਦੇ, ਕਈ ਬਲੀਆਂ ਗੋਤ ਚੜਾਉਂਦੇ ਨੇ, ਕਈ ਬਲੀਆਂ ਗੋਤ ਚੜਾਉਂਦੇ ਨੇ, ਕਈ ਬਲੀਆਂ ਗੋਤ ਚੜਾਉਂਦੇ ਨੇ, ਕਈ ਬਲੀਆਂ ਗੋਤ ਚੜਾਉਂਦੇ ਨੇ। ਦੇਵੀ ਦੇਵਤ ਜਾ ਮਨਾਉਂਦੇ ਨੇ, ਦੇਵੀ ਦੇਵਤ ਜਾ ਮਨਾਉਂਦੇ ਨੇ, ਦੇਵੀ ਦੇਵਤ ਜਾ ਮਨਾਉਂਦੇ ਨੇ, ਦੇਵੀ ਦੇਵਤ ਜਾ ਮਨਾਉਂਦੇ ਨੇ। ਕਈਆਂ ਜਠੇਰਿਆਂ ਉੱਤੇ ਜਾ ਕੇ ਲੋਕ ਬੱਕਰੇ ਮਾਰ ਦਿੰਦੇ ਹਨ। ਮਤ ਉਲਟੀ ਵਾਂਗ ਛਦਾਈਆਂ, ਵੱਲ ਉਲਟੀ ਵਾਂਗ ਛਦਾਈਆਂ ਏ, ਮਤ ਉਲਟੀ ਵਾਂਗ ਛਦਾਈਆਂ ਏ, ਮਤ ਉਲਟੀ ਵਾਂਗ ਛਦਾਈਆਂ ਏ। ਰੀਤਾਂ ਨਾਲ ਪਰੀਤਾਂ ਲਾਈਆਂ, ਰੀਤਾਂ ਨਾਲ ਪਰੀਤਾਂ ਲਾਈਆਂ, ਰੀਤਾਂ ਨਾਲ ਪਰੀਤਾਂ ਲਾਈਆਂ, ਰੀਤਾਂ ਨਾਲ ਪਰੀਤਾਂ ਲਾਈਆਂ। ਪਿੱਪਲ ਬੇਰੀਆ ਪੂਜੇ ਰੁੱਖਾ, ਪਿੱਪਲ
ਪਿੱਪਲ ਬੇਰੀਆ ਪੂਜੇ ਰੁੱਖਾਂ ਪਿੱਪਲ ਬੇਰੀਆ ਪੂਜੇ ਰੁੱਖਾਂ ਪਿੱਪਲ ਬੇਰੀਆ ਪੂਜੇ ਰੁੱਖਾਂ ਨਾ ਵਿੱਚ ਸਮਝੇ ਰੱਬ ਮਨੁੱਖਾ 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 ਨਾਹੀ ਨਜ਼ਰਾ ਅੰਦਰ ਪਾਈਆਂ ਨਾਹੀ ਨਜ਼ਰਾ ਅੰਦਰ ਪਾਈਆਂ ਨਾਹੀ ਨਜ਼ਰਾ ਅੰਦਰ ਪਾਇਆ ਨਾਹੀ ਨਜ਼ਰਾ ਅੰਦਰ ਪਾਇਆ ਰੀਤਾਂ ਨਾਲ ਪਰੀਤਾਂ ਲਾਈਆਂ ਰੀਤਾਂ ਨਾਲ ਪਰੀਤਾਂ ਲਾਈਆਂ ਰੀਤਾ ਨਾਲ ਪਰੀਤਾ ਲਾਇਆ ਰੀਤਾ ਨਾਲ ਪਰੀਤਾ ਲਾਇਆ ਬਿਨ ਅੰਦਰ ਆਪਣੇ ਜਾਇਆ ਜੀ 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 ਇਸ ਕਾਰਜ ਮਾਨਸ ਆਇਆ ਜੀ ਕਿਸ ਕਾਰਜ ਮਾਨਸ ਆਇਆ ਜੀ ਕਿਸ ਕਾਰਜ ਮਾਨਸ ਆਇਆ ਜੀ ਕਿਸ ਕਾਰਜ ਮਾਨਸ ਆਇਆ ਜੀ ਕਰ ਨਾਮ ਖਜ਼ਾਨ ਕਮਾਇਆ ਕਰ ਨਾਮ ਖਜ਼ਾਨ ਕਮਾਇਆ ਕਰ ਨਾਮ ਖਜ਼ਾਨ ਕਮਾਇਆ ਕਰ ਨਾਮ ਖਜ਼ਾਨ ਕਮਾਇਆ ਰੀਤਾਂ ਨਾਲ ਪਰੀਤਾਂ ਲਾਈਆਂ ਰੀਤਾਂ ਨਾਲ ਪਰੀਤਾਂ ਲਾਈਆਂ ਰੀਤਾ ਨਾਲ ਪਰੀਤਾ ਲਾਇਆ ਰੀਤਾ ਨਾਲ ਪਰੀਤਾ ਲਾਇਆ ਬੋਲ ਗੁਰੂ ਮਹਾਰਾਜ ਜੀ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਆਪ ਦੀ ਬਖਸ਼ੀ ਦਾਤ ਵਿੱਚੋਂ ਸ੍ਰੀ ਰਾਮ ਲਾਲ ਜੀ ਹੋਰਾਂ ਤੇ ਉਹਨਾਂ ਦਾ ਪਰਿਵਾਰ ਮਿਲ ਕੇ ਬੜੇ ਪ੍ਰੇਮ ਸਾਹਿਤ ਸਾਧ ਸੰਗਤ ਦੀ ਸੇਵਾ ਵਿੱਚ ਗੁਜ਼ਰੇ ਹਨ ਬਖਸ਼ਿਸ਼ ਕਰੀ ਮਿਹਰ ਕਰੀ ਸੱਚਾ ਪਾਤਸ਼ਾਹ ਜੀਓ ਲਓ ਜੀ ਸੰਭਾਲ ਲਓ